वाहिगुरु जी का खालसा वाहिगुरु जी की फतेह। कोटान कोट शुकराना धन धन श्री गुरु ग्रंथ साहिब जी का, जो पार किरपा करके दया करके सानू रोज़ सत्संगत दियां घड़ियां बख्श देंदे हन। कोटान कोट शुकराना, कोटान कोट शुकराना। संगत जी आओ पहला मिल के सावन का असी श्लोक पढ़ते हैं। वाहिगुरु सावन आया है सखी, सावन आया है सखी, जल हर बरसन जल हर बरसन सावन आया हे सखी। सावन सुख समन सुहागणी,
ਸੰਗਤ ਜੀ, ਅੱਜ ਅਸੀਂ ਜਿਹੜਾ ਸ਼ਬਦ ਲਿੱਤਾ ਹੈ ਉਹ ਭਗਤ ਕਬੀਰ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਸ਼ਬਦ ਸ਼ੁਰੂ ਹੁੰਦਾ ਹੈ, ਤਨ ਰੈਣੀ ਮਨ ਪੁਨ ਰਪ ਕਰਹੂੰ, ਪਾਂਚੋਂ ਤਤ ਬਰਾਤੀ। ਤਨ ਰੈਣੀ, हे ਮੇਰੇ ਪ੍ਰਭੂ ਮੇਰੇ ਪਰਮਾਤਮਾ, ਕਿ ਮੈਂ ਆਪਣੇ ਤਨ ਨੂੰ ਇੱਕ ਜਿਹੜਾ ਸੰਗਤ ਜੀ ਜਿਹੜਾ ਰੰਗਣ ਵਾਲਾ ਭਾਂਡਾ ਹੁੰਦਾ ਨਾ, ਜਿਹਦੇ 'ਚ ਲਲਾਰੀ ਕੱਪੜੇ ਰੰਗਦਾ ਹੈ, ਮੈਂ ਆਪਣੇ ਇਹ ਸਰੀਰ ਨੂੰ, ਇਹ ਮਨ ਨੂੰ ਉਹ ਭਾਂਡਾ ਬਣਾ ਲਵਾਂ। ਔਰ ਮਨ ਨੂੰ, ਮਨ ਪੁਨਰਪ ਕਰ ਹੋ, ਔਰ ਮਨ ਨੂੰ ਮੈਂ ਸਾਰੇ ਆਪਣੇ ਵਿਕਾਰ ਛੱਡ ਕੇ ਮੈਂ ਆਪਣੇ ਮਨ ਨੂੰ ਉਹਦੇ 'ਚ ਬੰਦ ਲਵਾਂ ਤੇ ਮਨ ਨੂੰ ਉਹਦੇ ਵਿੱਚ ਰੰਗ ਦੇ ਵਿੱਚ ਰੰਗ ਲਵਾਂ। ਕਿਹਦੇ ਰੰਗ ਦੇ ਵਿੱਚ? ਪ੍ਰਭੂ ਦੇ ਰੰਗ ਦੇ ਵਿੱਚ। ਪਾਂਚੋਂ ਤਤ ਬਰਾਤੀ। ਬਰਾਤੀ ਸੰਗਤ ਜੀ, ਜਦੋਂ ਕੋਈ ਬਰਾਤ ਜਾਂਦੀ ਹੈ ਨਾ, ਤੇ ਬਰਾਤ 'ਚ ਅਸੀਂ ਉਹ ਲੋਕਾਂ ਨੂੰ ਲੈ ਕੇ ਜਾਂਦੇ ਆ ਜਿਨ੍ਹਾਂ ਦੇ ਨਾਲ ਸਾਡੀ ਸ਼ੋਭਾ ਵਧੇ, ਜਿਨ੍ਹਾਂ ਦੇ ਜਿਹੜੇ ਸਾਡੇ ਨਾਲ ਖੜੇ ਹੋਣ ਤੇ ਸਾਡੀ ਵਾਈ ਵਾਈ ਹੋਵੇ। ਤੇ ਜਦੋਂ ਅਸੀਂ ਪਰਮਾਤਮਾ ਦੇ ਘਰ ਜਾਣਾ ਹੈ ਤੇ ਸਾਡੇ ਨਾਲ ਕੌਣ ਹੋਏ ਕਿ ਸਾਡੀ ਵਾਈ ਵਾਈ ਹੋਏ? ਸਾਡੇ ਨਾਲ ਸਾਡੇ ਸ਼ੁਭ ਗੁਣ ਹੋਣ। ਤੇ ਬਰਾਤੀ ਇੱਥੇ ਕੌਣ ਨੇ? ਅਗਰ ਅਸੀਂ ਆਪਣੇ ਮਨ ਨੂੰ ਮੈਂ ਭਾਂਡਾ ਬਣਾ ਲਵਾਂ ਔਰ ਮਨ ਨੂੰ ਮੈਂ ਸਾਰੇ ਵਿਕਾਰਾਂ ਵੱਲੋਂ ਛੱਡ ਕੇ ਆਪਣੇ ਮਨ ਨੂੰ ਪ੍ਰਭੂ ਦੇ ਰੰਗ ਦੇ ਵਿੱਚ ਰੰਗਾਂ, ਤੇ ਇਹਦੀ ਮੇਰੀ ਹੈਲਪ ਕੌਣ ਕਰੇਗਾ? ਉਹਦੇ ਵਿੱਚ ਮੇਰੇ ਇਹ ਜਿਹੜੇ ਮੇਰੇ ਸ਼ੁਭ ਗੁਣ ਨੇ, ਜਿਹੜੇ ਸ਼ੁਭ ਗੁਣ ਨੇ ਨਾ, ਹੁਣ ਪਰਮਾਤਮਾ ਤੇ ਸ਼ੁਭ ਗੁਣਾਂ ਦੀਆਂ ਖਾਨ ਹੈ ਕਿ ਜਿਹੜੇ ਸ਼ੁਭ ਗੁਣ ਨੇ ਉਹ ਮੈਨੂੰ ਹੈਲਪ ਕਰਨਗੇ। ਹੁਣ ਸੰਗਤ ਜੀ, ਜੇ ਅਸੀਂ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜਨਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਅੰਦਰ ਪਰਮਾਤਮਾ ਵਾਲੇ ਗੁਣ ਸਾਨੂੰ ਇਕੱਠੇ ਕਰਨੇ ਪੈਣੇ ਆ, ਸਾਨੂੰ ਪੈਦਾ ਕਰਨੇ ਪੈਣੇ ਆ ਪਰਮਾਤਮਾ ਵਾਲੇ ਗੁਣ, ਕਿ ਸਾਡੇ ਵਿੱਚ ਸਤ ਵੀ ਹੋਵੇ, ਸਾਡੇ ਵਿੱਚ ਸੰਤੋਖ ਵੀ ਹੋਵੇ, ਸਾਡੇ ਵਿੱਚ ਦਇਆ ਵੀ ਹੋਵੇ, ਸਾਡੇ ਵਿੱਚ ਧਰਮ ਕਰਨ ਦੇ ਵੀ ਗੁਣ ਹੋਣ। ਇਹ ਜਿਹੜੇ ਗੁਣ ਨੇ ਨਾ, ਇਹ ਗੁਣ ਸਾਡੇ ਅੰਦਰ ਹੋਣ, ਫਿਰ ਹੁੰਦਾ ਹੈ ਜਿਹੜਾ ਪੰਜਵਾਂ ਹੈ ਨਾ ਤਤ, ਉਹ ਹੁੰਦਾ ਹੈ ਮੋਕਸ਼। ਇਹ ਫਿਰ ਜਿਹੜੇ ਪੰਜ ਗੁਣ ਨੇ ਨਾ, ਇਹ ਪੰਜਵਾਂ ਗੁਣ ਤਾਂ ਆਉਂਦਾ ਜੇ ਇਹ ਸਾਰੇ ਗੁਣ ਪਹਿਲਾਂ ਭਰਪੂਰ ਹੋਣ, ਫਿਰ ਮੋਕਸ਼ ਪ੍ਰਾਪਤੀ ਹੁੰਦੀ ਹੈ। ਪਰ ਇਹ ਮੇਰੇ ਜਿਹੜੇ ਬਾਕੀ ਦੇ ਗੁਣ ਨੇ ਨਾ, ਇਹ ਮੇਰੇ ਬਰਾਤੀ, ਇਹ ਮੈਨੂੰ ਹੈਲਪ ਕਰਨਗੇ ਕਿ ਮੈਂ ਆਪਣਾ ਮਨ ਪ੍ਰਭੂ ਦੇ ਰੰਗ ਦੇ ਵਿੱਚ ਰੰਗ ਸਕਾਂ। ਰਾਮ ਰਾਏ ਸਿਉ ਭਾਵਰ ਲੈ ਹੋਂ। ਭਾਵਰ ਕਹਿੰਦੇ ਨੇ ਫੇਰੇ, ਕਿ ਮੈਂ ਉਸ ਪਰਮਾਤਮਾ, ਉਸ ਪਤੀ ਰੂਪੀ ਪਰਮਾਤਮਾ ਦੇ ਨਾਲ ਮੈਂ ਫੇਰੇ ਲੈ ਰਹੀ ਹਾਂ। ਆਤਮ ਤਹਿ ਰੰਗ ਰਾਤੀ। ਸੰਗਤ ਜੀ, ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਜਿੰਨੇ ਵੀ ਜੀਵ ਨੇ ਨਾ, ਉਹ ਸਾਰੇ ਉਹ ਪਤਨੀ ਨੇ, ਉਹ ਔਰਤ ਨੇ, ਔਰ ਉਹ ਪਤਨੀ ਬਣ ਕੇ ਆਪਣੇ ਖਸਮ ਪਰਮਾਤਮਾ ਪ੍ਰਭੂ ਦੀ ਭਗਤੀ ਕਰਦੇ ਨੇ। ਜਿਸ ਤਰ੍ਹਾਂ ਇੱਕ ਪਤਨੀ ਆਪਣੇ ਪਤੀ ਵਾਸਤੇ ਲਾਇਲ ਹੁੰਦੀ ਹੈ, ਪਤੀ ਦੀ ਕੇਅਰ ਕਰਦੀ ਹੈ, ਪਤੀ ਦੇ ਸਭ ਕੁਝ ਜਾਣਦੀ ਹੈ ਕਿ ਮੈਂ ਕਿਹੜੇ ਸ਼ੁਭ ਕਰਮ ਕਰਾਂ ਕਿ ਮੇਰਾ ਪਤੀ ਮੇਰੇ ਤੇ ਪ੍ਰਸੰਨ ਹੋਏ। ਉਸੇ ਤਰ੍ਹਾਂ ਜਿਹੜੇ ਅਸੀਂ ਸਾਰੇ ਜੀਵ ਲੋਕ ਆ, ਅਸੀਂ ਉਹੀ ਕੰਮ ਕਰੀਏ ਕਿ ਜਿਹਦੇ ਨਾਲ ਸਾਡਾ ਪਤੀ ਪਰਮੇਸ਼ਵਰ ਇਹ ਸਾਡੇ ਤੇ ਖੁਸ਼ ਹੋਏ। ਤੇ ਕਹਿੰਦੇ ਨੇ, ਕਬੀਰ ਜੀ ਕਹਿੰਦੇ ਨੇ, ਰਾਮ ਰਾਏ ਸਿਉ ਭਾਵਰ ਲੈਵੋ, ਕਿ ਮੈਂ ਪਤੀ ਰੂਪ ਪਰਮਾਤਮਾ ਦੇ ਨਾਲ ਫੇਰੇ ਲੈ ਰਹੀ ਹਾਂ। ਇੱਥੇ ਔਰਤ ਬਣ ਕੇ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਹੈ। ਆਤਮ ਤਹਿ ਰੰਗ ਰਾਤੀ, ਤੇ ਮੈਂ ਉਸ ਪ੍ਰਭੂ ਦੇ ਰੰਗ ਦੇ ਵਿੱਚ ਆਪਣੀ ਆਤਮਾ ਰੰਗ ਲਵਾਂ। ਮੈਂ ਆਪਣੀ ਆਤਮਾ ਰੰਗ ਲਿੱਤੀ ਹੈ ਪ੍ਰਭੂ ਦੇ ਨਾਲ, ਮੈਂ ਫੇਰੇ ਲੈ ਕੇ ਉਹਦੇ ਰੰਗ ਦੇ ਵਿੱਚ ਮੈਂ ਆਪਣੀ ਆਤਮਾ ਰੰਗ ਲਿੱਤੀ ਹੈ। ਨਾਭ ਕਮਲ ਮਹਿ ਬੇਦੀ ਰਚ ਲੈ। ਸੰਗਤ ਜੀ, ਜਦੋਂ ਭਗਤ ਕਬੀਰ ਜੀ ਹੋਏ ਨੇ ਨਾ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਗਮਨ ਤੋਂ 71 ਸਾਲ ਪਹਿਲਾਂ, 71 ਇਅਰਸ ਪਹਿਲਾਂ ਇਹ ਆਏ ਨੇ।
ਇਹ ਜਦੋਂ ਆਏ ਸੀ ਉਦੋਂ ਵੀ, ਜੋ ਹਾਲਾਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ ਤੇ ਵੀ ਅਗਨੀ ਦੇ ਨਾਲ ਫੇਰੇ ਹੁੰਦੇ ਸੀ, ਬੇਦੀ ਦੇ ਨਾਲ ਫੇਰੇ ਹੁੰਦੇ ਸੀ। ਤੇ ਉਹ ਭਗਤ ਜੀ ਕਹਿੰਦੇ ਨੇ, ਕਹਿੰਦੇ ਨਾਭ ਕਮਲ ਮੈਂ ਬੇਦੀ ਰਚ ਲੈ। ਹੁਣ ਨਾਭ ਕਮਲ ਕੀ ਹੁੰਦਾ ਹੈ? ਬਾਣੀ ਚ ਆਇਆ ਹੈ ਨਾਭ, ਕਹਿੰਦੇ ਆ ਜਿੱਥੇ ਸਾਡਾ ਬੈਲੀ ਬਟਨ, ਸਾਡੀ ਧੁੰਨੀ ਹੁੰਦੀ ਹੈ ਨਾ, ਜਿਹੜੇ ਅਭਿਆਸੀ ਲੋਕ ਹੁੰਦੇ ਨੇ ਨਾ ਸੰਗਤ ਜੀ, ਉਹ ਜੁਗਤੀ ਦੱਸਦੇ ਨੇ ਕਿ ਨਾਮ ਅਸੀਂ ਕਿੱਦਾਂ ਅਸੀਂ ਸਿਮਰਨਾ ਹੈ। ਉਹ ਜੁਗਤੀਆਂ ਕਰਦੇ ਨੇ। ਉਹਨਾਂ ਦੇ ਹਿਸਾਬ ਨਾਲ ਜੋ ਨਾਮ ਅਭਿਆਸੀ ਮਹਾਂਪੁਰਸ਼ ਹੁੰਦੇ ਨੇ, ਉਹ ਐਦਾਂ ਨਾਮ ਜਪਦੇ ਨੇ। ਜਦੋਂ ਅਸੀਂ ਸਵਾਸ ਲੈਂਦੇ ਆ ਨਾ, ਅਸੀਂ ਸਵਾਸ ਲੈਂਦੇ ਆ ਤੇ ਉਹ ਸਾਡਾ ਜਿਹੜਾ ਸਾਹ ਹੁੰਦਾ ਨਾ ਸੰਗਤ ਜੀ, ਜਾ ਕੇ ਸਾਡੀ ਨਾਭੀ ਦੇ ਨਾਲ ਟਕਰਾਉਂਦਾ ਹੈ। ਔਰ ਇਹ ਬਾਣੀ 'ਚ ਵੀ ਹੈ ਨਾਭ ਕਮਲ। ਇੱਥੇ ਇੱਕ ਕਮਲ ਹੁੰਦਾ ਹੈ ਜੋ ਕਿ ਪੁੱਠਾ ਹੁੰਦਾ ਹੈ ਨਾਭੀ ਦੇ ਨੀਚੇ। ਜਦੋਂ ਸਾਡਾ ਸਾਹ ਜਾ ਕੇ ਨਾਭੀ ਦੇ ਨਾਲ ਟਕਰਾਉਂਦਾ ਹੈ ਔਰ ਉਹ ਸਾਹ ਵਾਪਸ ਆਉਂਦਾ, ਤੇ ਇਹ ਆਵਾਜ਼ ਜਿਹਦੇ ਨਾਲ ਅਸੀਂ ਗੱਲਾਂ ਕਰਦੇ ਹਾਂ, ਇਹ ਆਵਾਜ਼ ਪ੍ਰਗਟ ਹੁੰਦੀ ਹੈ। ਪਰ ਜਿਹੜੇ ਅਭਿਆਸੀ ਪੁਰਸ਼ ਹੁੰਦੇ ਨੇ, ਉਹ ਮੰਤਰ ਉਚਾਰਦੇ ਨੇ। ਜਦੋਂ ਮੰਤਰ ਉਚਾਰਦੇ ਨੇ, ਕਹਿੰਦੇ ਨੇ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੇ ਫਿਰ ਜਿਹੜਾ ਪੁੱਠਾ ਪਿਆ ਹੁੰਦਾ ਹੈ ਨਾ ਕਮਲ ਨਾਭੀ ਦੇ ਨੀਚੇ, ਉਹ ਕਮਲ ਸਿੱਧਾ ਹੋ ਜਾਂਦਾ ਹੈ। ਇਹ ਇੱਕ ਅਲੱਗ ਵਿਸ਼ੇ ਹੈ, ਬੜਾ ਹੀ ਡੂੰਘਾ ਵਿਸ਼ੇ ਹੈ ਸੰਗਤ ਜੀ। ਮੈਨੂੰ ਵੀ ਇੰਨਾ ਸਮਝ ਨਹੀਂ ਆਂਦਾ, ਪਰ ਜਿੰਨਾ ਕੁ ਥੋੜਾ ਬਹੁਤ ਸਮਝ ਆਂਦਾ ਹੈ। ਨਾਭ ਕਮਲ ਮੈਂ ਬੇਦੀ ਰਚ ਲੈ। ਇੱਥੇ ਕਬੀਰ ਜੀ ਕਹਿੰਦੇ ਨੇ ਕਿ ਮੈਂ ਆਪਣੇ ਨਾਭੀ ਦੇ ਉੱਤੇ ਮੈਂ ਇੱਥੇ ਬੇਦੀ ਬਣਾ ਲਵਾਂ, ਜਿਹਦੇ ਨਾਲ ਅਗਨੀ ਦੇ ਨਾਲ ਫੇਰੇ ਲਈਦੇ ਆ ਨਾ, ਉਹ ਅਗਨੀ ਵਾਲਾ ਕੁੰਡ ਬਣਾ ਲਵਾਂ। ਤੇ ਆਪਣੇ ਸਵਾਸਾਂ ਨੂੰ ਮੈਂ ਉਹ ਬੇਦੀ ਦਾ ਕੁੰਡ ਬਣਾ ਲਵਾਂ, ਜਿਹੜਾ ਕਿ ਨਾਭੀ ਕਮਲ ਦੇ ਵਿੱਚ ਤੇ ਸਥਿਤ ਹੋਵੇ। ਮੈਂ ਆਪਣੇ ਸਵਾਸਾਂ ਸੀ। ਜਗਾਦਰੀ ਵਾਲੇ ਜਿਹੜੇ ਕੀਰਤਨੀਏ ਸੀ, ਭਾਈ ਹਰਬੰਸ ਸਿੰਘ ਜੀ, ਉਹ ਇੱਕ ਧਾਰਨਾ ਵਾਲਾ ਸ਼ਬਦ ਪੜ੍ਹਦੇ ਹੁੰਦੇ ਸੀ, ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ। ਸੰਗਤ ਜੀ ਐਦਾਂ ਹੀ ਉਹ ਭਗਤ ਕਬੀਰ ਜੀ ਕਹਿ ਰਹੇ ਨੇ, ਕਹਿੰਦੇ ਨੇ ਕਿ ਮੈਂ ਆਪਣੇ ਸਵਾਸਾਂ ਨੂੰ ਉਹ ਬੇਦੀ ਬਣਾ ਲਵਾਂ। ਔਰ ਉਦੋਂ ਬੇਦੀ ਦੇ ਨਾਲ ਪੰਡਤ ਕੀ ਕਰਦੇ ਹੁੰਦੇ ਸੀ, ਬੇਦੀ ਬਣਾ ਲੈਂਦੇ ਸੀ, ਵਿੱਚ ਅਗਨੀ ਜਲਾ ਦਿੰਦੇ ਸੀ ਔਰ ਮੰਤਰ ਪੜ੍ਹਦੇ ਹੁੰਦੇ ਸੀ, ਤੇ ਉਹਦੇ ਆਲੇ ਦੁਆਲੇ ਫੇਰੇ ਲੈਂਦੇ ਸੀ, ਜਿਹਦਾ ਵਿਆਹ ਹੋਣਾ ਹੁੰਦਾ ਸੀ। ਤੇ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ, ਕਿਉਂਕਿ ਕਬੀਰ ਜੀ ਨੇ ਤੇ ਉਸ ਇੱਕ ਪਰਮਾਤਮਾ ਨੂੰ ਮੰਨਿਆ ਹੈ, ਇਸ ਲਈ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਤੇ ਭਗਤ ਜੀ ਕਹਿੰਦੇ ਨੇ ਮੈਂ ਆਪਣੇ ਸਵਾਸਾਂ ਨੂੰ ਉਹ ਬੇਦੀ ਬਣਾ ਲਵਾਂ ਔਰ ਮੈਂ ਮੰਤਰ, ਕਿਹਦਾ ਮੰਤਰ? ਬ੍ਰਹਮ ਗਿਆਨ ਦਾ ਮੰਤਰ ਉਚਾਰਾਂ। ਤੇ ਸੰਗਤ ਜੀ ਜਿਹੜੇ ਅਭਿਆਸੀ ਹੁੰਦੇ ਨੇ ਨਾ, ਜਿਹੜੇ ਹਿੰਦੂ ਹੁੰਦੇ ਨੇ, ਉਹ ਤੇ ਓਮ ਦਾ ਅਭਿਆਸ ਕਰਦੇ ਨੇ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਉਹ ਵਾਹਿਗੁਰੂ ਗੁਰੂ ਮੰਤਰ ਹੈ, ਉਹ ਵਾਹਿਗੁਰੂ ਦਾ ਜਾਪ ਜਪਦੇ ਨੇ। ਤੇ ਕਹਿੰਦੇ ਨੇ ਕਿ ਮੈਂ ਉਸ ਨੂੰ ਮੰਤਰ ਬਣਾ ਲਵਾਂ, ਬ੍ਰਹਮ ਗਿਆਨ ਨੂੰ। ਕਹਿਣ ਦਾ ਭਾਵ ਕਿ ਮੈਂ ਸਵਾਸਾਂ ਦੇ ਨਾਲ ਤੇਰਾ ਨਾਮ ਇੰਨਾ ਸਿਮਰਾਂ ਕਿ ਮੈਂ ਉਹਦੇ ਵਿੱਚ ਹੀ, ਬ੍ਰਹਮ ਗਿਆਨ ਦੇ ਵਿੱਚ, ਉਹਦੇ ਵਿੱਚ ਹੀ ਲੀਨ ਹੋ ਜਾਵਾਂ। ਰਾਮ ਰਾਏ ਸੋ ਦੂਲੋ ਪਾਇਓ, ਕਿ ਮੈਂ ਕਿੰਨਾ ਵਡਭਾਗੀ ਹਾਂ ਕਿ ਮੈਨੂੰ ਪਰਮਾਤਮਾ ਰੂਪੀ, ਮੈਨੂੰ ਪਤੀ ਰੂਪੀ ਪਰਮਾਤਮਾ ਮੈਨੂੰ ਪ੍ਰਾਪਤ ਹੋਇਆ ਹੈ। ਅਸ ਵੱਡ ਭਾਗ ਹਮਾਰਾ, ਕਿ ਮੇਰੇ ਕਿੰਨੇ ਵੱਡੇ ਭਾਗ ਨੇ ਕਿ ਜਿਹੜਾ ਮੇਰਾ ਪਤੀ ਬਣਿਆ ਹੈ। ਉਹ ਕੌਣ ਹੈ? ਉਹ ਪਰਮਾਤਮਾ ਹੈ। ਸੁਰ ਨਰ ਮੁਨ ਜਨ ਕੌਤਕ ਆਏ। ਔਰ ਮੇਰੇ ਬਰਾਤ ਦੇ ਵਿੱਚ ਕੌਣ ਕੌਣ ਆਏ? ਮੇਰੇ ਬਰਾਤੀ ਕੌਣ ਨੇ? ਉਹ ਮੇਰੇ ਬਰਾਤੀ ਆਏ ਨੇ ਕਿ ਦੇਵੀ ਦੇਵਤੇ ਮੇਰੇ ਬਰਾਤੀ ਆਏ ਨੇ, ਔਰ ਮੇਰੇ ਦੇਵੀ ਦੇਵਤੇ ਮੇਰੀ ਬਰਾਤ ਵਿੱਚ ਆਏ ਨੇ। ਔਰ ਜਿੰਨੇ ਵੀ ਕਾਰਜ ਹੁੰਦੇ ਨੇ, ਜਿੰਨੀਆਂ ਵੀ ਰੀਤੀਆਂ ਹੁੰਦੀਆਂ ਨੇ ਆਨੰਦ ਕਾਰਜ ਦੀਆਂ, ਵਿਆਹ ਵਾਲੀਆਂ, ਉਹ ਕਿੰਨਾਂ ਨੇ ਕੀਤੀਆਂ? ਉਹ ਦੇਵੀ ਦੇਵਤਿਆਂ ਨੇ ਕੀਤੀਆਂ। ਉਹਨਾਂ ਨੇ ਭਗਤਾਂ ਨੇ ਕੀਤੀਆਂ ਜੋ ਕਿ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਹੋਏ ਨੇ, ਜੋ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਕਰਦੇ ਨੇ, ਜੋ ਕਿ ਖੁਦ ਉਸ ਇੱਕ ਪਰਮਾਤਮਾ ਦਾ ਸਿਮਰਨ ਕਰਦੇ ਨੇ। ਔਰ ਸੁਰ ਨਰ ਮੁੰਡ ਜਨ ਕੌਤਕ ਆਏ,
ਕੋਟ 33 ਉਜਾਨਾ ਕਹਿੰਦੇ ਨੇ। ਉਦੋਂ 33 ਕਰੋੜ ਦੇਵੀ ਦੇਵਤਾ ਮੰਨਦੇ ਨੇ ਹਿੰਦੂਆਂ 'ਚ। 33 ਕਰੋੜ ਕਹਿੰਦੇ ਇਹ ਸਾਰੇ ਦੇਵੀ ਦੇਵਤੇ ਮੇਰੀ ਰੀਤੀਆਂ ਕਰਨ ਵਿਆਹ 'ਚ ਆਏ ਮੇਰੇ। ਕਹਿ ਕਬੀਰ ਮੋਹਿ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਕਬੀਰ ਜੀ ਕਹਿੰਦੇ ਨੇ ਕਿ ਮੈਂ ਤੇ ਬੜਾ ਭਾਗਾ ਵਾਲਾ ਹੈ ਕਿ ਮੈਨੂੰ ਪਰਮਾਤਮਾ ਵਿਆਹ ਕੇ ਲੈ ਚੱਲਿਆ ਹੈ। ਤੇ ਸੰਗਤ ਜੀ ਕਬੀਰ ਜੀ ਦਾ ਇਹ ਬਾਣੀ ਚਾਹੁੰਦਾ ਨਾ ਕਿ ਬਈ ਕਿ ਭਗਤ ਔਰ ਭਗਵਾਨ ਹੁਣ ਮੈਂ ਨਹੀਂ ਰਿਹਾ, ਹੁਣ ਤੇ ਤੂੰ ਹੀ ਤੂੰ ਹੋ ਗਿਆ। ਤੇ ਸੰਗਤ ਜੀ ਇਹ ਭਗਤ ਕਬੀਰ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ ਤੇ ਜੋ ਕਿ ਅਸੀਂ ਸਮਾਂ ਬਚੇਗਾ ਤੇ ਅਸੀਂ ਬਾਅਦ ਚੋਂ ਪੜਾਂਗੇ। ਅਸੀਂ ਕਰ ਰਹੇ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਸੀਂ ਵਿਆਹ ਦੀ ਸਗਾਈ ਹੋ ਗਈ ਸੀ, ਸਾਰੀ ਚਿੱਠੀ ਮਿਲ ਗਈ ਸੀ ਔਰ ਤਲਵੰਡੀ ਤੋਂ ਜਿਨ੍ਹਾਂ ਨੇ ਜਾਣਾ ਸੀ ਵਿਆਹ ਦੇ ਵਿੱਚ ਉਹ ਸਾਰੇ ਜਾਣੇ ਆ ਜਾਂਦੇ ਨੇ ਸੁਲਤਾਨਪੁਰ ਆ ਜਾਂਦੇ ਨੇ ਔਰ ਰਾਏ ਬੁਲਾਰ ਜੀ ਕੋ ਵੀ ਹੋ ਕੇ ਆਉਂਦੇ ਨੇ, ਛੁੱਟੀ ਲੈ ਕੇ ਆਉਂਦੇ ਨੇ। ਔਰ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਵੀ ਬੜਾ ਸਮਝਾਉਂਦੇ ਨੇ ਆਉਣ ਤੋਂ ਪਹਿਲਾਂ ਕਿ ਕਿਸ ਤਰ੍ਹਾਂ ਕੀ ਕਰਨਾ ਹੈ, ਕੌੜੇ ਬੋਲ ਨਹੀਂ ਬੋਲਣੇ ਆ, ਸਾਰਾ ਸਮਝਾ ਕੇ ਭੇਜਦੇ ਨੇ। ਹੁਣ ਸਾਰੇ ਇੱਥੇ ਆ ਜਾਂਦੇ ਨੇ ਸੁਲਤਾਨਪੁਰ ਵੀ ਜੈ ਰਾਮ ਜੀ ਨੇ ਸਾਰੇ ਪ੍ਰਬੰਧ ਕੀਤੇ ਹੋਏ ਨੇ, ਸਾਰਿਆਂ ਦੀ ਬੜੀ ਆਵ ਭਗਤ ਕਰਦੇ ਨੇ। ਔਰ ਉਹਨਾਂ ਨੇ ਵੀ ਬਰਾਤ ਨੂੰ, ਕਿਉਂਕਿ ਹੁਣ ਬੜੇ ਲੋਕ ਆਏ ਨੇ ਉੱਥੋਂ ਦੀ ਤਲਵੰਡੀ ਤੋਂ ਵੀ, ਤੇ ਸਾਰਿਆਂ ਦੇ ਰਹਿਣ ਦਾ ਇੰਤਜ਼ਾਮ, ਉਹਨਾਂ ਦੇ ਭੋਜਨ ਪ੍ਰਸ਼ਾਦੇ ਦਾ ਇੰਤਜ਼ਾਮ ਜੈ ਰਾਮ ਜੀ ਨੇ ਕੀਤਾ ਹੋਇਆ। ਮਠਾਈਆਂ, ਖਾਣਾ ਪੀਣਾ ਸਾਰਾ ਕੁਝ। ਔਰ ਮਠਾਈਆਂ ਲੈ ਕੇ ਫਿਰ ਉਹਨਾਂ ਦੇ ਕੋਲ ਦੌਲਤ ਖਾਂ ਦੇ ਕੋਲ ਵੀ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਨੌਕਰੀ ਕਰਦੇ ਨੇ ਔਰ ਉਹਨਾਂ ਕੋਲ ਤੇ ਛੁੱਟੀ ਵੀ ਤੇ ਲੈਣੀ ਹੈ ਨਾ, ਉਹਨਾਂ ਨੇ ਵੀ ਛੁੱਟੀ ਲੈਣੀ ਹੈ ਕਿਉਂਕਿ ਬਰਾਤ ਸਾਰੀ ਜਾਣੀ ਹੈ ਬਟਾਲੇ। ਤੇ ਦੌਲਤ ਖਾਂ ਜੀ ਕੋ ਵੀ ਮਠਾਈਆਂ ਲੈ ਕੇ ਜਾਂਦੇ ਨੇ ਔਰ ਦੌਲਤ ਖਾਂ ਕਹਿੰਦੇ ਨੇ ਮਠਾਈ ਕਿਸ ਗੱਲ ਦੀ? ਤੇ ਦੱਸਦੇ ਨੇ ਕਿ ਮੇਰੀ ਪਤਨੀ ਦੇ ਭਰਾ ਦੀ ਸਾਰੀ ਚਿੱਠੀ ਆਈ ਹੈ ਤੇ ਅਸੀਂ ਵਿਆਹ ਕਰਨ ਵਾਸਤੇ ਸੁਲਤਾਨਪੁਰ ਇੱਥੇ ਬਟਾਲੇ ਜਾਣਾ ਹੈ। ਤੇ ਉਹ ਵੀ ਬੜਾ, ਦੌਲਤ ਖਾਂ ਵੀ ਬੜਾ ਖੁਸ਼ ਹੁੰਦੇ ਨੇ, ਕਹਿੰਦੇ ਨੇ ਸਾਡਾ ਮੋਦੀ ਬੜਾ ਭਲਾ ਹੈ ਤੇ ਇਸ ਲਈ ਜਿਸ ਚੀਜ਼ ਦੀ ਵੀ ਲੋੜ ਹੋਏ ਨਾ ਤੁਸੀਂ ਸਾਡੇ ਕੋਲ ਲੈ ਜਾਣਾ। ਤੇ ਉਹ ਆ ਜਾਂਦੇ ਨੇ ਵਾਪਸ ਤੇ ਆ ਕੇ ਸਾਰੇ ਨਗਰ ਦੇ ਲੋਕ ਬੁਲਾ ਲੈਂਦੇ ਨੇ ਕਿਉਂਕਿ ਬਰਾਤ ਤੇ ਪੂਰੇ ਨਗਰ ਨੂੰ ਲੈ ਕੇ ਨਹੀਂ ਜਾ ਸਕਦੇ। ਸਾਰੇ ਨਗਰ ਨੂੰ ਬੁਲਾ ਲਿਆ, ਭੋਜਨ ਪ੍ਰਸ਼ਾਦਾ ਛਕਾਇਆ, ਨਾਲ ਭੱਟ ਵੀ ਆਏ ਨੇ, ਨੱਟ ਵੀ ਆਏ ਨੇ, ਬੜੇ ਉੱਥੇ ਢੋਲ ਧਮਾਕੇ ਹੋ ਰਹੇ ਨੇ, ਨਗਾੜੇ ਵੱਜ ਰਹੇ ਨੇ, ਤੂਤੀਆਂ ਵੱਜ ਰਹੀਆਂ ਨੇ, ਦਰਵਾਜ਼ੇ ਤੇ ਮੰਗਣ ਵਾਲੇ ਵੀ ਨੇ। ਸਾਰੇ ਨਗਰ ਦੇ ਆ ਕੇ ਭੋਜਨ ਪ੍ਰਸ਼ਾਦਾ ਛਕ ਕੇ ਚਲੇ ਗਏ। ਜਿਹੜੇ ਬਾਹਰ ਖੁਸ਼ੀ ਦੇ ਗੀਤ ਗਾ ਰਹੇ ਨੇ, ਭੰਡ ਵੀ ਆਏ ਨੇ ਗੀਤ ਗਾਣ ਵਾਸਤੇ, ਉਹਨਾਂ ਨੂੰ ਸਭ ਮਾਇਆ ਦਿੰਦੇ ਨੇ। ਹੁਣ ਜਦੋਂ ਸਾਰੇ ਚਲੇ ਜਾਂਦੇ ਨੇ ਤੇ ਘਰ ਦੇ ਬੇਦੀ ਰਹਿ ਜਾਂਦੇ ਨੇ। ਜਦੋਂ ਘਰ ਦੇ ਬੇਦੀ ਰਹਿ ਜਾਂਦੇ ਨੇ ਤੇ ਜਿਹੜੇ ਭੱਟ ਹੁੰਦੇ ਨੇ, ਨੱਟ ਹੁੰਦੇ ਨੇ, ਇਹ ਹੋਰ ਵੀ ਤਰ੍ਹਾਂ ਦੇ ਨਵੇਂ ਰਾਗਾਂ ਦੇ ਵਿੱਚ ਸਾਰਿਆਂ ਨੂੰ ਖੁਸ਼ ਕਰਨ ਵਾਸਤੇ ਸਾਰਿਆਂ ਦੀ ਸਿਫਤ ਸਲਾਹ ਕਰਦੇ ਨੇ। ਐਸੇ ਤਰ੍ਹਾਂ ਸੰਗਤ ਜੀ, ਔਰ ਇਹ ਵਿਆਹ ਤੋਂ ਕਾਫੀ ਦਿਨ ਪਹਿਲਾਂ ਆ ਜਾਂਦੇ ਕਿਉਂਕਿ ਵਿਆਹ ਦੇ ਬਹੁਤ ਸਾਰੇ ਇੰਤਜ਼ਾਮ ਕਰਨੇ। ਬਰਾਤ ਹੁਣ ਕਿਸ ਤਰ੍ਹਾਂ ਲੈ ਕੇ ਜਾਣੀ ਹੈ ਕਿਉਂਕਿ 2 ਨਗਰਾਂ ਦੀ ਬਰਾਤ ਹੈ, ਇੱਕ ਤੇ ਤਲਵੰਡੀ ਤੋਂ ਆਏ ਨੇ ਔਰ ਦੂਸਰਾ ਇੱਥੋਂ ਸੁਲਤਾਨਪੁਰ ਤੋਂ ਵੀ ਬਰਾਤ ਜਾਣੀ ਹੈ ਤੇ ਬਰਾਤ ਤੇ ਕਾਫੀ ਵੱਡੀ ਹੋ ਜਾਏਗੀ। ਤੇ ਇਸ ਲਈ ਸਾਰਾ ਪ੍ਰਬੰਧ ਕਰਨ ਵਾਸਤੇ ਕੁਝ ਦਿਨ ਉੱਥੇ ਸਾਰੇ ਰਹਿੰਦੇ ਨੇ। ਤੇ ਇਸੇ ਤਰ੍ਹਾਂ ਹਸੀ ਮਜ਼ਾਕ ਟਠੋਲੇ ਪ੍ਰਬੰਧ ਦੇ ਵਿੱਚ ਉਹ ਦਿਨ ਆ ਜਾਂਦਾ ਹੈ ਜਿਸ ਦਿਨ ਬਰਾਤ ਨੇ ਚਾਲੇ ਪਾਣੇ ਨੇ। ਹੁਣ ਸੰਗਤ ਜੀ ਬਰਾਤ ਜਾਣਦੀ ਆ, ਬਰਾਤ ਦੀ ਚੜ੍ਹਾਈ ਹੋਣੀ ਹੈ। ਬਰਾਤ ਦੀ ਚੜ੍ਹਾਈ ਹੋਣੀ ਹੈ। ਹੁਣ ਸੰਗਤ ਜੀ 2 ਨਗਰ ਦੀ ਬਰਾਤ ਹੈ। ਤਲਵੰਡੀ ਤੋਂ ਵੀ ਬਹੁਤ ਰਿਸ਼ਤੇਦਾਰ ਆਏ ਨੇ, ਜੈ ਰਾਮ ਜੀ ਦੇ ਵੀ ਆਪਣੇ ਬੜੇ ਰਿਸ਼ਤੇਦਾਰ ਨੇ। ਹੁਣ ਸੰਗਤ ਜੀ ਅਸੀਂ ਵੀ ਦੇਖਦੇ ਹਾਂ ਜਿਸ ਤਰ੍ਹਾਂ ਅੱਜ ਕੱਲ ਬਰਾਤ ਹੈ। ਹੁਣ ਅਸੀਂ ਕਿਤੇ ਜਾਣਾ ਹੈ ਤੇ ਫਿਰ ਸਾਨੂੰ ਕਈ ਵਾਰੀ ਬਾਹਰੋਂ ਗੱਡੀਆਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਕਿ ਬਈ ਨਹੀਂ ਬਰਾਤ 'ਚ ਦੂਰੋਂ ਰਿਸ਼ਤੇਦਾਰ ਆਏ ਤੇ ਇਸ ਲਈ ਆਪਣੀਆਂ ਸਵਾਰੀਆਂ ਘਰ ਦੀਆਂ ਆਪਣੇ ਜਿਹੜੇ ਵਾਹਨ ਹੁੰਦੇ ਨੇ ਸਾਨੂੰ ਘੱਟ ਪੈ ਜਾਂਦੇ ਨੇ। ਤੇ ਇਸੇ ਤਰ੍ਹਾਂ ਜਦੋਂ ਕੋਈ
ज़्यादा ਵੱਡੀ ਚੀਜ਼ ਦੀ ਲੋੜ ਪੈ ਜਾਂਦੀ ਸੀ ਤੇ ਫਿਰ ਇਹ ਸਾਰੇ ਜਾਣੇ ਆਪਣੀ ਲੋੜਵੰਦ ਚੀਜ਼ਾਂ ਲੈਂਦੇ ਹੁੰਦੇ ਸੀ ਨਵਾਬ ਦੌਲਤ ਖਾਨ ਜੀ ਕੋ। ਹੁਣ ਇਹ ਜੈ ਰਾਮ ਜੀ ਪਹੁੰਚਦੇ ਨੇ ਨਵਾਬ ਜੀ ਦੇ ਕੋਲ ਔਰ ਨਵਾਬ ਜੀ ਕੋ ਜਾ ਕੇ, ਕਿਉਂਕਿ ਮਾਇਆ ਤੇ ਇਹਨਾਂ ਕੋ ਭਰਪੂਰ ਹੈ, ਪਰ ਉਹਨਾਂ ਕੋ ਜਾ ਕੇ ਲੋੜਵੰਦ ਦੀਆਂ ਚੀਜ਼ਾਂ ਉਹ ਕਹਿੰਦੇ ਨੇ ਨਵਾਬ ਜੀ ਅਸੀਂ ਬਰਾਤ ਦੀ ਚੜ੍ਹਾਈ ਕਰਨੀ ਹੈ ਤੇ ਸਾਨੂੰ ਹੁਣ ਕੁਛ ਸਾਨੂੰ ਚੀਜ਼ਾਂ ਚਾਹੀਦੀਆਂ ਨੇ। ਤੇ ਨਵਾਬ ਜੀ ਕਹਿੰਦੇ ਨੇ ਜੋ ਤੁਹਾਨੂੰ ਚਾਹੀਦਾ ਹੈ ਤੁਸੀਂ ਲੈ ਜਾਓ, ਕਿਉਂਕਿ ਮੈਨੂੰ ਪਤਾ ਹੈ ਸਾਡਾ ਜਿਹੜਾ ਮੋਦੀ ਹੈ ਨਾ ਬੜਾ ਭਲਾ ਬੰਦਾ ਹੈ। ਸੰਗਤ ਜੀ ਦੌਲਤ ਖਾਂ ਹਾਥੀ ਦਿੰਦਾ ਹੈ ਜੀ, ਅੰਬਾਰੇ ਲੱਗੇ ਹੋਏ ਜਿਹਦੇ ਤੇ ਅੰਬਾਰੀਆਂ ਲੱਗੀਆਂ ਹੁੰਦੀਆਂ, ਮਤਲਬ ਕਿ ਅਸੀਂ ਦੇਖਿਆ ਹੈਗਾ ਨਾ ਉਹਦੇ ਉੱਤੇ ਬੈਠਣ ਨੂੰ ਜਗ੍ਹਾ ਬਣੀ ਹੁੰਦੀ ਹੈ, ਸੀਟ ਬਣੀ ਹੁੰਦੀ ਹੈ, ਉੱਪਰ ਛਤਰ ਵੀ ਹੁੰਦਾ ਹੈ, ਛੱਤ ਵੀ ਹੁੰਦੀ ਹੈ। ਅੰਬਾਰੀਆਂ ਵਾਲੇ ਹਾਥੀ ਦਿੰਦਾ ਹੈ, ਘੋੜੇ ਦਿੰਦਾ ਹੈ, ਰੱਥ ਦਿੰਦਾ ਹੈ, ਗਹਿਣੇ ਗੱਟੇ ਦਿੰਦਾ ਹੈ। ਫਿਰ ਸੰਗਤ ਜੀ ਊਂਠ ਵੀ ਦਿੰਦਾ ਹੈ, ਤੰਬੂ ਕਨਾਤਾਂ ਦਿੰਦਾ ਹੈ, ਕਿਉਂਕਿ ਬਟਾਲੇ ਤੱਕ ਜਾਣਾ ਹੈ, ਰਸਤੇ 'ਚ ਬਰਾਤ ਨੇ 4 ਜਗ੍ਹਾ ਪੜਾਵ ਵੀ ਕਰਨਾ ਹੈ ਤੇ ਤੰਬੂ ਕਨਾਤਾਂ ਵੀ ਦਿੰਦਾ ਹੈ ਔਰ ਨਾਲ ਦਾਸ ਦਾਸੀਆਂ ਵੀ ਦਿੰਦਾ ਹੈ ਕਿ ਤੁਹਾਡੀ ਇਹ ਕੰਮ 'ਚ ਇਹ ਮਦਦ ਕਰਨਗੇ। ਫਿਰ ਦੌਲਤ ਖਾਂ ਕਹਿੰਦਾ ਜੈ ਰਾਮ ਜੋ ਮੈਂ ਮੋਦੀ ਨੂੰ ਪੈਸੇ ਦਿੱਤੇ ਸੀ, ਮਾਇਆ ਦਿੱਤੀ ਸੀ, ਉਹ ਤੇ ਉਹਦੇ ਹਿੱਸੇ ਦੀ ਮਾਇਆ ਸੀ। ਹੁਣ ਮੈਂ ਉਹਦੇ ਵਿਆਹ ਵਾਸਤੇ ਜੋ ਮਾਇਆ ਦੇਣੀ ਚਾਹਨਾ ਹਾਂ ਉਹ ਤੂੰ ਮਾਇਆ ਲੈ ਜਾਈ, ਪਰ ਤੂੰ ਦੇਖ ਮਨਾ ਨਾ ਕਰੀ। ਕਿਉਂ? ਕਿਉਂਕਿ ਮੋਦੀ ਮੇਰਾ ਬੜਾ ਭਲਾ ਬੰਦਾ ਹੈ। ਚੁਗਲਖੋਰਾਂ ਨੇ ਤੇ ਬੜੀਆਂ ਚੁਗਲੀਆਂ ਕੀਤੀਆਂ ਉਹਨਾਂ ਦੀਆਂ, ਪਰ ਮੈਨੂੰ ਪਤਾ ਹੈ ਉਹ ਕੰਮ ਬੜਾ ਚੰਗਾ ਕਰ ਰਹੇ ਨੇ। ਕੰਮ ਚੰਗਾ ਨਾ ਕਰਦੇ ਤੇ ਉਹਨਾਂ ਵੱਲ ਦੋਨੋਂ ਵਾਰੀ ਵਾਧਾ ਕਿੱਦਾਂ ਹੁੰਦਾ ਉਹਨਾਂ ਵੱਲ, ਤੇ ਇਸ ਲਈ ਮੈਨੂੰ ਪਤਾ ਹੈ ਉਹ ਬੜਾ ਭਲਾ ਬੰਦਾ ਹੈ ਤੇ ਤੂੰ ਮੇਰੀ ਵੱਲੋਂ ਨਾ ਮਾਇਆ ਲੈ ਜਾ। ਸੰਗਤ ਜੀ ਉਹ ਮਾਇਆ ਲੈ ਕੇ ਘੋੜੇ, ਊਂਠ, ਤੰਬੂ ਕਨਾਤਾਂ, ਗਹਿਣੇ ਗੱਟੇ, ਪਾਤਸ਼ਾਹ ਵਾਸਤੇ ਉਹ ਵਸਤਰ ਵੀ ਦਿੰਦਾ ਹੈ। ਵਸਤਰ ਜੋ ਸਮਾਨ ਗੱਡੇ ਭਰ ਕੇ ਉਹ ਵੀ ਸਮਾਨ ਦੇ ਦਿੰਦਾ ਹੈ। ਸਾਰੇ ਸਮਾਨ ਲੈ ਕੇ ਜੈ ਰਾਮ ਜੀ ਘਰ ਆ ਜਾਂਦੇ ਨੇ ਔਰ ਸਭ ਨੂੰ ਕਹਿੰਦੇ ਨੇ ਬਰਾਤ ਹੁਣ ਤੁਸੀਂ ਸਭ ਤਿਆਰੀਆਂ ਕਰੋ, ਬਰਾਤ ਨੇ ਚਾਲੇ ਪਾਣੇ ਨੇ। ਸੰਗਤ ਜੀ ਸਾਰੇ ਖੁਸ਼ੀ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਬਰਾਤ ਦੀ ਚੜ੍ਹਾਈ ਸ਼ੁਰੂ ਹੋਣੀ ਹੈ। ਪਿਤਾ ਜੀ ਸਾਰੇ ਲੌਕਿਕ ਤੇ ਵੈਦਿਕ ਸਾਰੀਆਂ ਰੀਤਾਂ ਨਿਭਾਉਂਦੇ ਨੇ। ਲੌਕਿਕ ਰੀਤਾਂ ਕਿਹੜੀਆਂ ਹੁੰਦੀਆਂ ਹੈ? ਲੋਕਾਚਾਰੀ ਵਾਲੀਆਂ ਰੀਤਾਂ ਜੋ ਅਸੀਂ ਵੈਸੇ ਕਰਦੇ ਹਾਂ ਸੰਗਤ ਜੀ, ਆਮ ਰੀਤਾਂ ਕਰਦੇ ਹਾਂ ਘਰ 'ਚ। ਵੈਦਿਕ ਹੁੰਦੀਆਂ ਜੋ ਧਰਮ ਦੇ ਅਨੁਸਾਰ ਕੀਤੀਆਂ ਜਾਂਦੀਆਂ। ਪਿਤਾ ਜੀ ਸਾਰੀਆਂ ਉਹ ਰੀਤਾਂ ਆਪ ਕਰਦੇ ਨੇ। ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸਾਰੇ ਤਿਆਰ ਹੁੰਦੇ ਨੇ, ਸੱਜਣ ਸਵਰਨ 'ਚ ਸਾਰੇ ਲੱਗ ਜਾਂਦੇ ਨੇ ਰਿਸ਼ਤੇਦਾਰ। ਹੁਣ ਸੰਗਤ ਜੀ ਪਾਤਸ਼ਾਹ ਨੂੰ ਵੀ ਤਿਆਰ ਕਰਨ ਵਾਸਤੇ ਬਿਠਾਇਆ ਜਾਂਦਾ ਹੈ। ਪਾਤਸ਼ਾਹ ਨੂੰ ਸੁੰਦਰ ਵਸਤਰ ਪਹਿਨਾਏ ਜਾਂਦੇ ਨੇ, ਪਾਤਸ਼ਾਹ ਦਸਤਾਰਾ ਸਜਾਉਂਦੇ ਨੇ। ਬੇਬੇ ਨਾਨਕੀ ਜੀ ਆਪਣੇ ਭਰਾ ਦੇ ਮੱਥੇ ਦੇ ਉੱਤੇ ਸਿਹਰਾ ਸਜਾਉਂਦੇ ਨੇ ਪਾਤਸ਼ਾਹ ਦੇ ਸੀਸ ਉੱਤੇ, ਮੱਥੇ ਉੱਤੇ ਔਰ ਦਸਤਾਰੇ ਉੱਤੇ ਕਲਗੀ ਵੀ ਸਜਾਉਂਦੇ ਨੇ। ਐਨੇ ਫਾਬਰੇ ਨੇ ਪਾਤਸ਼ਾਹ, ਐਨੇ ਫਾਬਰੇ ਨੇ ਕਿ ਜੋ ਵੀ ਉਹਨਾਂ ਨੂੰ ਦੇਖਦਾ ਹੈ ਬਸ ਉਹਨਾਂ ਨੂੰ ਦੇਖਦਾ ਹੀ ਰਹਿ ਜਾਂਦਾ ਹੈ। ਹੁਣ ਸਾਰੇ ਜਾਣੇ ਤਿਆਰ ਹੋ ਗਏ। ਪਿਤਾ ਜੀ ਵੀ ਘੋੜੇ ਦੇ ਉੱਤੇ ਸਵਾਰ ਹੋ ਗਏ, ਕਿਉਂਕਿ ਪਿਤਾ ਜੀ ਦਾ ਤੇ ਅੱਜ ਟੌਰ ਹੀ ਬੜਾ ਹੈ, ਮਹਿਤਾ ਕਾਲੂ ਜੀ ਦਾ। ਪਿਤਾ ਜੀ ਤਿਆਰ ਹੋ ਗਏ ਹਾਥੀ ਤੇ, ਜਿਹਦੇ ਉੱਤੇ ਲਾਲ ਅੰਬਾਰੀ ਵਿਛੀ ਹੋਈ ਹੈ, ਹਾਥੀ ਤੇ ਸਵਾਰ ਹੋ ਗਏ। ਉਧਰੋਂ ਪਰਮਾਨੰਦ ਜੀ ਵੀ ਹਾਥੀ ਤੇ ਸਵਾਰ ਹੋ ਗਏ ਤੇ ਹੋਰ ਵੀ ਰਿਸ਼ਤੇਦਾਰ ਬੈਠ ਗਏ। ਸੰਗਤ ਜੀ ਜਿਹਨੂੰ ਜਿੱਥੇ ਜਗ੍ਹਾ ਮਿਲੀ, ਕੋਈ ਕੁਝ ਰੱਥ ਤੇ ਬੈਠ ਗਏ, ਕੁਝ ਘੋੜਿਆਂ ਤੇ ਬੈਠ ਗਏ, ਜੈ ਰਾਮ ਜੀ ਆਪਣੀ ਸਵਾਰੀ ਤੇ ਬੈਠ ਗਏ। ਸਾਰੇ ਜਾਣੇ ਗੱਡੇ ਭਰ ਕੇ, ਕਿਉਂਕਿ ਵਿੱਚ ਗਾਣ ਵਾਲੇ ਵੀ ਨੇ। ਫਿਰ ਜੋ ਉਹਨੇ ਦਾਸੀਆਂ ਦਿੱਤੇ ਸੀ ਨਵਾਬ ਨੇ, ਉਹ ਵੀ ਅੱਗੇ ਝੰਡੀਆਂ ਫੜ ਕੇ ਉਹ ਵੀ ਤਿਆਰ ਹੋ ਕੇ ਖੜੇ ਹੋ ਗਏ ਕਿ ਬਰਾਤ ਜਾਏਗੀ ਤੇ ਅਸੀਂ ਅੱਗੇ ਝੰਡੀਆਂ ਫੜ ਕੇ ਬਰਾਤ ਦੇ ਅੱਗੇ ਤੁਰਨਾ ਹੈ। ਹੁਣ ਸਾਰੇ ਤਿਆਰ ਹੋ ਕੇ
ਤੰਬੂ ਕਨਾਤਾਂ ਊਂਠ ਤੇ ਰੱਖੀਆਂ ਗਈਆਂ, ਗੱਡਿਆਂ 'ਚ ਬੈਠ ਕੇ ਤਿਆਰ ਹੋ ਕੇ ਬੈਠ ਗਏ, ਸੋਹਣੇ ਗਹਿਣੇ ਗੱਟੇ ਪਾ ਲਏ, ਸਾਰਿਆਂ ਨੇ ਨਵੇਂ ਬਸਤਰ ਪਾਏ ਨਾ, ਵਿਆਹ ਤੇ ਜਾਣਾ ਹੈ, ਸਾਰਿਆਂ ਨੇ ਸੁੰਦਰ ਬਸਤਰ ਪਾਏ ਨੇ, ਟੌਰ ਤੇ ਵੇਖਣ ਵਾਲੀ ਬਣਦੀ ਹੈ। ਤੇ ਸਾਰੇ ਇੰਤਜ਼ਾਰ ਕਰ ਰਹੇ ਨੇ ਹੁਣ ਕਦੋਂ ਪਿਤਾ ਜੀ ਦੀ ਆਗਿਆ ਹੋਏ ਤੇ ਅਸੀਂ ਬਰਾਤ ਦੇ ਚਾਲੇ ਪਾਈਏ। ਸਭ ਆਪਣੀ ਆਪਣੀ ਸਵਾਰੀ ਤੇ ਬੈਠ ਗਏ ਨੇ। ਇੱਕ ਪਾਸੇ ਹਾਥੀਆਂ ਦੀ ਲਾਈਨ ਲੱਗੀ ਹੋਈ ਹੈ, ਇੱਕ ਪਾਸੇ ਘੋੜਿਆਂ ਦੀ ਲਾਈਨ ਲੱਗੀ ਹੋਈ ਹੈ, ਜੋ ਕਿ ਘੋੜੇ ਵੀ ਸੱਜੇ ਹੋਏ ਨੇ, ਹਾਥੀ ਵੀ ਸੱਜੇ ਹੋਏ ਨੇ। ਇੱਕ ਪਾਸੇ ਊਂਠਾਂ ਦੀ ਲਾਈਨ ਲੱਗੀ ਹੋਈ ਹੈ, ਜਿਨ੍ਹਾਂ ਦੇ ਉੱਤੇ ਤੰਬੂ ਕਨਾਤਾ ਸਮਾਨ ਲੱਦਿਆ ਹੋਇਆ ਹੈ, ਗੱਡਿਆਂ ਤੇ ਸਮਾਨ ਲੱਦਿਆ ਹੋਇਆ, ਰੱਥਾਂ 'ਚ ਸਾਰੇ ਜਾਣੇ ਬੈਠੇ ਨੇ, ਸਾਰੇ ਇੰਤਜ਼ਾਰ ਕਰ ਰਹੇ ਨੇ ਕਦੋਂ ਆਗਿਆ ਹੋਏ ਤੇ ਅਸੀਂ ਬਰਾਤ ਨੂੰ ਚਾਲੇ ਪਾਈਏ। ਹੁਣ ਪਿਤਾ ਜੀ ਆਗਿਆ ਦਿੰਦੇ ਨੇ ਕਿ ਚੱਲਣ ਦਾ ਇਸ਼ਾਰਾ ਕਰਦੇ ਨੇ ਕਿ ਬਰਾਤ ਹੁਣ ਚੱਲਣਾ ਸ਼ੁਰੂ ਕਰੇ। ਸੰਗਤ ਜੀ, ਜਿਸ ਤਰ੍ਹਾਂ ਹੀ ਪਿਤਾ ਜੀ ਇਸ਼ਾਰਾ ਕਰਦੇ ਨੇ ਕਿ ਬਰਾਤ ਦੀ ਚੜ੍ਹਾਈ ਸ਼ੁਰੂ ਹੋਏ, ਨਗਾਰੇ, ਨਰਸਿੰਗੇ, ਦਮਾਮੇ, ਮੁਰਲੀਆਂ, ਸੰਗਤ ਜੀ ਉੱਚੀਆਂ ਉੱਚੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ, ਤੇਜ਼ ਤੇਜ਼ ਨਗਾੜੇ ਵੱਜਣੇ ਸ਼ੁਰੂ ਹੋ ਜਾਂਦੇ ਹੈ, ਕਿਉਂਕਿ ਬਰਾਤ ਨੇ ਚਾਲੇ ਸ਼ੁਰੂ ਕਰਤੇ। ਸੰਗਤ ਜੀ, ਇੱਥੇ ਤੇ ਇੱਕ ਸਾਡਾ ਜੈਕਾਰਾ ਬੁਲਾਣਾ ਵੀ ਬਣਦਾ ਹੈ, ਕਿਉਂਕਿ ਪਾਤਸ਼ਾਹ ਦੀ ਬਰਾਤ ਤੁਰੀ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪਾਤਸ਼ਾਹ ਦੀ ਬਰਾਤ ਨੇ ਉੱਥੇ ਚਾਲੇ ਪਾਏ। ਅੱਗੇ ਅੱਗੇ ਦਾਸੀਆਂ ਝੰਡੀਆਂ ਲੈ ਕੇ ਤੁਰ ਰਹੇ ਨੇ, ਪਿੱਛੇ ਪਿੱਛੇ ਊਂਠਾਂ ਦੀਆਂ ਸਾਰੇ ਲਾਈਨਾਂ ਤੁਰੀਆਂ ਜਾ ਰਹੀਆਂ, ਨਗਾੜੇ ਵੱਜੇ ਜਾ ਰਹੇ ਨੇ, ਇੰਨੇ ਜ਼ੋਰ ਜ਼ੋਰ ਦੀ ਨਗਾੜੇ, ਦਮਾਮੇ। ਸੰਗਤ ਜੀ, ਜਦੋਂ ਸਾਰੀਆਂ ਚੀਜ਼ਾਂ ਇਕੱਠੀਆਂ ਵੱਜਣ ਨਾ, ਨਗਾੜੇ, ਮੁਰਲੀਆਂ, ਨਰਸਿੰਗੇ, ਦਮਾਮੇ, ਕਿੰਨਾ ਸ਼ੋਰ ਹੁੰਦਾ। ਹੁਣ ਵੀ ਅਸੀਂ ਦੇਖਦੇ ਹਾਂ ਬਰਾਤ ਦੇ ਵਿੱਚ ਜਦੋਂ ਮਿਊਜ਼ਿਕ ਬੜੀ ਤੇਜ਼ ਲੱਗਿਆ ਹੋਏ ਤੇ ਇੱਕ ਦੂਜੇ ਨੂੰ ਗੱਲ ਕਰਨੀ ਸੁਣਾਈ ਨਹੀਂ ਦਿੱਤੀ ਜਾਂਦੀ, ਤੇ ਸਾਰੇ ਉੱਚੀ ਉੱਚੀ ਬੋਲਦੇ ਨੇ, ਆਪਣੀਆਂ ਗੱਲਾਂ ਕਰਦੇ ਨੇ। ਹੁਣ ਸੰਗਤ ਜੀ, ਪਾਤਸ਼ਾਹ ਨੇ ਸਾਨੂੰ ਸ਼ਗਨ ਅਪਸ਼ਗਨਾਂ ਤੋਂ ਕੱਢਿਆ ਹੈ, ਪਰ ਵਿੱਚ ਕਈ ਵੀ ਅੱਜ ਵੀ ਦੇਖੋ ਕਈ ਸਿੱਖ ਇਹੋ ਜਿਹੇ ਨੇ ਸਾਡੇ ਵਿੱਚ ਕਿ ਕਈ ਕਹਿੰਦੇ ਨੇ ਅਸੀਂ ਵੀਰਵਾਰ ਨੂੰ ਕੱਪੜੇ ਨਹੀਂ ਧੋਣੇ, ਬੇਸ਼ੱਕ ਗੁਰਬਾਣੀ ਨੂੰ ਮੰਨਦੇ ਨੇ, ਪਰ ਕਈ ਅੱਜ ਵੀ ਬੜੇ ਵਹਿਮ ਕਰਦੇ ਨੇ, ਭਰਮ ਕਰਦੇ ਨੇ। ਤੇ ਪਾਤਸ਼ਾਹ ਦੀ ਬਰਾਤ ਵਿੱਚ ਵੀ ਕਈ ਰਿਸ਼ਤੇਦਾਰ ਇਹੋ ਜਿਹੇ ਸੀ ਜਿਹੜੇ ਭਰਮ ਕਰਦੇ ਸੀ। ਉਹ ਸੋਚਦੇ ਨੇ, ਉਦੋਂ ਮੰਨਿਆ ਜਾਂਦਾ ਸੀ ਕਿ ਅੱਗੋਂ ਅਗਰ ਸੁਹਾਗਣਾ ਪਾਣੀ ਭਰ ਕੇ ਲੈ ਕੇ ਆਂਦੀਆਂ ਹੋਈਆਂ ਦਿਖ ਜਾਣ ਤੇ ਇਹਦਾ ਮਤਲਬ ਬਹੁਤ ਹੀ ਵਧੀਆ ਸ਼ਗਨ ਹੈ। ਤੇ ਸੰਗਤ ਜੀ, ਹੁਣ ਉੱਥੇ ਤੇ ਸਾਰੇ ਸ਼ੁਭ ਸ਼ਗਨ ਹੀ ਹੋਣੇ ਨੇ, ਕਿਉਂਕਿ ਪਾਤਸ਼ਾਹ ਦੀ ਤੇ ਆਪ ਬਰਾਤ ਲੈ ਕੇ ਜਾ ਰਹੇ ਨੇ। ਤੇ ਉੱਥੋਂ ਸਾਹਮਣੇ ਸੁਹਾਗਣਾ ਵੀ ਆਂਦੀਆਂ ਦਿਖ ਗਈਆਂ, ਪਾਣੀ ਭਰ ਕੇ ਸੁਹਾਗਣਾ ਲੈ ਕੇ ਆ ਰਹੀਆਂ। ਸਾਰੇ ਰਿਸ਼ਤੇਦਾਰ ਖੁਸ਼ ਹੋ ਗਏ ਕਿ ਚਲੋ ਜੀ, ਦੇਖੋ ਕਿੰਨਾ ਵਧੀਆ ਸ਼ਗਨ ਹੋਇਆ, ਕਿੰਨਾ ਵਧੀਆ ਸ਼ਗਨ ਹੋਇਆ। ਸਾਰੇ ਚਾਲੇ ਪਾਣੇ ਸੁਹਾਗਣਾ ਨੂੰ ਦੇਖ ਕੇ ਖੁਸ਼ ਹੋ ਗਏ ਔਰ ਉੱਥੋਂ ਦੀ ਬਰਾਤ ਤੁਰ ਰਹੀ ਹੈ। ਹਲਕੀ ਹਲਕੀ ਹਵਾ ਚੱਲ ਰਹੀ ਹੈ, ਦਮਾਮੇ ਵੱਜ ਰਹੇ ਨੇ। ਉੱਥੋਂ ਦੀ ਭੱਟ ਸਾਹਿਬਾਨ ਜਿਹੜੇ ਨਾਲ ਗਾਣ ਵਾਲੇ ਆਏ ਨੇ, ਭੰਡ ਆਏ ਨੇ ਜਿਹੜੇ ਨਾਲ ਗਾਣ ਵਾਲੇ, ਸਾਰੇ ਖੁਸ਼ੀਆਂ ਦੇ ਗੀਤ ਗਾ ਰਹੇ ਨੇ। ਸਾਰੇ ਉੱਥੋਂ ਦੀ ਚਾਲੇ ਪਾਣੇ ਸ਼ੁਰੂ ਹੋ ਗਏ। ਹੁਣ ਸੰਗਤ ਜੀ, ਕੋਈ ਵੀ ਕੰਮ ਅਸੀਂ ਕਰੀਏ, ਅਗਰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈ ਕੇ ਸ਼ੁਰੂ ਕਰੀਏ, ਉਹ ਤੇ ਸੰਗਤ ਜੀ ਸ਼ੁਭ ਹੋਣਾ ਹੀ ਹੋਣਾ ਹੈ। ਔਰ ਜਿੱਥੇ ਪਾਤਸ਼ਾਹ ਆਪ ਨੇ ਉੱਥੇ ਤੇ ਸਾਰੇ ਹੀ ਕਾਰਜ ਸ਼ੁਭ ਹੋਣੇ ਨੇ। ਹੁਣ ਇੰਨੇ ਨਗਾੜੇ, ਦਮਾਮੇ, ਨਰਸਿੰਗੇ ਵੱਜ ਰਹੇ ਨੇ, ਸਾਰੇ ਹਾਥੀਆਂ ਤੇ ਸਵਾਰ ਨੇ, ਹਾਥੀਆਂ ਦੇ ਗਲਾਂ ਦੇ ਵਿੱਚ ਘੰਟੀਆਂ ਪਾਈਆਂ ਹੋਈਆਂ ਨੇ। ਜਦੋਂ ਹਾਥੀ ਤੁਰਦੇ ਪਏ ਨੇ, ਘੰਟੀਆਂ ਦੀਆਂ ਆਵਾਜ਼ਾਂ ਆ ਰਹੀਆਂ। ਜਿਹੜੇ ਘੋੜੇ ਨੇ, ਘੋੜਿਆਂ ਦੇ ਪੈਰਾਂ ਦੇ ਵਿੱਚ ਘੁੰਗਰੂ ਪਾਏ ਹੋਏ ਨੇ, ਝਾਂਜਰਾਂ ਪਾਈਆਂ ਹੋਈਆਂ ਨੇ। ਘੋੜੇ ਤੁਰਦੇ ਨੇ, ਨਾਲ ਝਾਂਜਰਾਂ, ਘੰਟੀਆਂ ਇੱਕ ਆਪਣਾ ਹੀ ਸੁੰਦਰ ਸੰਗੀਤ ਪੈਦਾ ਕਰਦੀਆਂ ਪਈਆਂ ਨੇ। ਤੁਰਦੇ ਸੰਗਤ ਜੀ, ਬਰਾਤ ਪਹੁੰਚੀ ਬਿਆਸਾ ਨਦੀ ਦੇ ਕੰਢੇ ਤੇ। ਜਦੋਂ ਬਿਆਸਾ ਨਦੀ ਦੇ ਕੰਢੇ ਤੇ ਪਹੁੰਚੇ ਤੇ ਹੁਣ ਦਰਿਆ ਹੈ। ਸੰਗਤ ਜੀ, ਪਹਿਲਾਂ ਤੇ ਪੁਲ ਵਗੈਰਾ ਨਹੀਂ ਹੁੰਦੇ ਸੀ,
ਹੁਣ ਦਰਿਆ ਪਾਰ ਕਰਨਾ ਹੈ, ਔਰ ਉਹ ਵੀ ਇੰਨੀ ਵੱਡੀ ਬਰਾਤ ਨੇ, 2 ਨਗਰਾਂ ਦੀ ਬਰਾਤ ਨੇ। ਪਰ ਪਿਤਾ ਜੀ ਨੇ ਔਰ ਜੈ ਰਾਮ ਜੀ ਨੇ ਇਹ ਸਾਰੇ ਹੀ ਪਹਿਲਾਂ ਇੰਤਜ਼ਾਮ ਕੀਤੇ ਹੋਏ ਸੀ ਕਿ ਇੰਨੀ ਵੱਡੀ ਬਰਾਤ ਨੇ ਜਾਣਾ ਹੈ ਤੇ ਦਰਿਆ ਪਾਰ ਕਿੱਦਾਂ ਕਰਨਾ ਹੈ। ਤੇ ਉੱਥੇ ਜਿਹੜੇ ਮਲਾਹ ਹੁੰਦੇ ਨੇ, ਇੱਕ ਵੱਡੇ ਮਲਾਹ ਨੂੰ, ਜਿੱਦਾਂ ਅਸੀਂ ਕਹਿੰਦੇ ਨਾ ਕੌਂਟਰੈਕਟ ਦੇ ਦਿੰਦੇ ਆ, ਅਸੀਂ ਇੱਕ ਨੂੰ ਕੌਂਟਰੈਕਟ ਦਿੱਤਾ ਕਿ ਤੇਰੀ ਜ਼ਿੰਮੇਵਾਰੀ, ਬੜੀ ਵੱਡੀ ਬਰਾਤ ਆਣੀ ਹੈ, ਹੁਣ ਤੂੰ ਸਾਰੇ ਆਪਣੀਆਂ ਨੌਕਾਂ, ਆਪਣੀਆਂ ਤੂੰ ਨਾਵਾਂ ਵਾਲੇ ਆਪਣੇ ਤੂੰ ਬੁਲਾ ਲੈ ਤੇ ਇੰਨੀ ਵੱਡੀ ਬਰਾਤ ਨੂੰ ਤੂੰ ਦਰਿਆ ਪਾਰ ਕਰਾਉਣਾ ਹੈ। ਹੁਣ ਇਹਨਾਂ ਨੇ ਸਾਰਾ ਇੰਤਜ਼ਾਮ ਪਹਿਲਾਂ ਕੀਤਾ ਸੀ, ਕਿਉਂਕਿ ਇਸੇ ਲਈ ਤੇ ਤਲਵੰਡੀ ਤੋਂ ਬਰਾਤ ਪਹਿਲਾਂ ਆ ਗਈ ਸੀ, ਕਿਉਂਕਿ ਸਾਰੇ ਇੰਤਜ਼ਾਮ ਕਰਨੇ ਸੀ। ਹੁਣ ਉੱਥੇ ਜਾ ਕੇ ਦਰਿਆ ਪਾਰ ਕਰਨਾ ਹੈ ਬਿਆਸਾ ਨਦੀ ਦੇ ਕੰਢੇ ਤੇ। ਮਲਾਹ ਨੂੰ, ਵੱਡੇ ਮਲਾਹ ਨੂੰ ਕਿਆ ਹੋਇਆ, ਉਹਨੇ ਆਪਣੇ ਸਾਰੇ ਬੰਦੇ ਲਗਾਤੇ। ਪਹਿਲੇ ਸਾਰੇ ਜੀਆਂ ਨੂੰ ਦਰਿਆ ਪਾਰ ਕਰਾਇਆ, ਫਿਰ ਘੋੜਿਆਂ ਨੂੰ ਦਰਿਆ ਪਾਰ ਕਰਾਇਆ, ਫਿਰ ਸਾਰਾ ਸਮਾਨ ਉਹਨਾਂ ਨੂੰ ਦਰਿਆ ਪਾਰ ਕਰਾਇਆ, ਫਿਰ ਸਾਜੋ ਸਮਾਨ, ਫਿਰ ਊਂਟ ਵਗੈਰਾ ਸਾਰਾ, ਜਦੋਂ ਸਾਰਿਆਂ ਨੂੰ ਪਾਰ ਕਰਾਤਾ। ਹੁਣ ਇਹਦੇ 'ਚ ਵੀ ਸੰਗਤ ਜੀ ਸਮੇਂ ਬੜਾ ਲੱਗਣਾ ਸੀ, ਕਿਉਂਕਿ ਬੜੀ ਵੱਡੀ ਬਰਾਤ ਹੈ। ਕਰਦੇ ਕਰਾਂਦੇ ਸਮਾਂ ਬੜਾ ਲੱਗ ਗਿਆ। ਹੁਣ ਜਦੋਂ ਸਾਰਿਆਂ ਨੂੰ ਦਰਿਆ ਪਾਰ ਕਰਾਤਾ ਨਾ, ਤੇ ਫਿਰ ਸਾਰੇ ਮਲਾਹ ਇਕੱਠੇ ਹੋ ਕੇ ਜੈ ਰਾਮ ਜੀ ਦੇ ਕੋਲ ਗਏ। ਉਹਨਾਂ ਨੂੰ ਜਾ ਕੇ, ਹੁਣ ਸੰਗਤ ਜੀ ਜਿੱਦਾਂ ਅੱਜ ਵੀ ਦੇਖੋ, ਜਦੋਂ ਕਿਤੇ ਵੀ ਦੂल्हा ਜਾ ਰਿਹਾ ਹੋਏ ਨਾ, ਸਾਰੇ ਕੋਸ਼ਿਸ਼ ਕਰਦੇ ਨੇ ਅਸੀਂ ਦੂल्हे ਨੂੰ ਦੇਖ ਲਈਏ। ਕੋਈ ਦੁਲਹਨ ਜਾ ਰਹੀ ਹੋਏ ਨਾ, ਤੇ ਅੱਜ ਵੀ ਅਸੀਂ ਕਹਿੰਦੇ ਆ ਕਿ ਦੁਲਹਨ ਦੀ ਸ਼ਕਲ ਦਿਖ ਜਾਏ, ਦੁਲਹਨ ਕਿਹੜੀ ਹੈ। ਤੇ ਸੰਗਤ ਜੀ ਉਦੋਂ ਮਲਾਹ ਸਾਰੇ ਜੈ ਰਾਮ ਜੀ ਦੇ ਕੋਲ ਆਏ, ਕਹਿੰਦੇ ਸਾਨੂੰ दूल्हे ਦੇ ਦਰਸ਼ਨ ਤੇ ਕਰਾ ਦਿਓ। ਪਰ ਸੰਗਤ ਜੀ ਉਹਨਾਂ ਨੂੰ ਕੀ ਪਤਾ ਸੀ ਕਿ ਉਹ दूल्हे ਦੇ ਰੂਪ ਦੇ ਵਿੱਚ ਪਰਮਾਤਮਾ ਦੇ ਦਰਸ਼ਨਾਂ ਕਰਨ ਵਾਸਤੇ ਬੇਨਤੀ ਕਰ ਰਹੇ ਨੇ। ਅੱਜ ਕਿਸ ਮਲਾਹ ਨੇ ਪਾਤਸ਼ਾਹ ਦੇ ਦਰਸ਼ਨ ਕਰਕੇ ਤਰਨਾ ਹੈ, ਇਹ ਤੇ ਪਤਾ ਹੀ ਨਹੀਂ। ਜੈ ਰਾਮ ਜੀ ਨੂੰ ਕਹਿੰਦੇ ਨੇ ਸਾਨੂੰ दूल्हे ਦੇ ਦਰਸ਼ਨ ਤੇ ਕਰਾ ਦਿਓ, ਕਿਉਂਕਿ ਸੰਗਤ ਜੀ ਉਹਨਾਂ ਨੂੰ ਵੀ ਆਸ ਹੁੰਦੀ ਹੈ ਕਿ ਅਸੀਂ दूल्हे ਦੇ ਦਰਸ਼ਨ ਕਰਾਂਗੇ ਤੇ ਸਾਨੂੰ ਮਾਇਆ ਮਿਲੇਗੀ। ਜੈ ਰਾਮ ਜੀ ਲੈ ਕੇ ਜਾਂਦੇ ਨੇ ਸਾਰੇ ਮਲਾਹ ਨੂੰ, ਪਾਤਸ਼ਾਹ ਦੇ ਦਰਸ਼ਨ ਕਰਦੇ ਨੇ, ਜੋ ਕਿ ਪਾਤਸ਼ਾਹ ਪਹਿਲਾਂ ਤੇ ਸੰਗਤ ਜੀ ਥੋੜੀ ਦੇਰ ਤੇ ਘੋੜੇ ਤੇ ਬੈਠਦੇ ਨੇ, ਫਿਰ ਉਸ ਤੋਂ ਬਾਅਦ ਉਹ ਪਾਲਕੀ 'ਚ ਬੈਠ ਜਾਂਦੇ ਨੇ। ਪਾਲਕੀ 'ਚ ਬੈਠੇ ਹੋਏ ਪਾਤਸ਼ਾਹ ਜਦੋਂ ਪਾਲਕੀ ਉਹ ਵੀ ਸਾਰਾ ਪਾਰ ਕਰਾਤਾ, ਤੇ ਫਿਰ ਜਦੋਂ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦੇ ਨੇ, ਪਾਤਸ਼ਾਹ ਉਹਨਾਂ ਨੂੰ ਦਰਸ਼ਨ ਦਿੰਦੇ ਨੇ। ਹੁਣ ਸੰਗਤ ਜੀ ਪਤਾ ਨਹੀਂ ਉਹਦੇ ਵਿੱਚੋਂ ਕਿਹੜਾ ਮਲਾਹ ਤਰਿਆ, ਕਿਹਦੇ ਤੇ ਪਾਤਸ਼ਾਹ ਨੇ ਮਿਹਰ ਭਰੀ ਦ੍ਰਿਸ਼ਟੀ ਪਾਈ। ਪਾਤਸ਼ਾਹ ਉਹਨਾਂ ਨੂੰ ਮਾਇਆ ਦਿੰਦੇ ਨੇ, ਜੈ ਰਾਮ ਜੀ ਉਹਨਾਂ ਨੂੰ ਬਸਤਰ ਦਿੰਦੇ ਨੇ, ਹੋਰ ਵੀ ਮਠਾਈਆਂ ਦਿੰਦੇ ਨੇ, ਬਹੁਤ ਕੁਝ ਦਿੰਦੇ ਨੇ। ਕਰਦੇ ਕਰਾਂਦੇ ਉੱਥੋਂ ਦੀ ਬਰਾਤ ਅੱਗੇ ਜਾਂਦੀ ਹੈ ਤੇ ਸ਼ਾਮ ਪੈ ਜਾਂਦੀ ਹੈ ਸੰਗਤ ਜੀ। ਸ਼ਾਮ ਪੈ ਜਾਂਦੀ ਹੈ ਤੇ ਹੁਣ ਤੰਬੂ ਕਨਾਤਾਂ ਤੇ ਨਾਲ ਲਿਆਏ ਹੁੰਦੇ ਨੇ, ਤੇ ਸਾਰੇ ਮਿਲ ਕੇ ਦਾਸੀਆਂ ਵੀ ਹੈਗੇ, ਨਵਾਬ ਵੀ ਕਾਫੀ ਬੰਦੇ ਦਿੰਦਾ ਹੈ ਕਿ ਤੁਹਾਡੀ ਮਦਦ ਕਰਨਗੇ ਇਹ ਬਰਾਤ ਦੇ ਵਿੱਚ। ਸਾਰੇ ਉਹ ਮਿਲ ਕੇ ਤੰਬੂ ਉੱਥੇ ਲਗਾਉਂਦੇ ਨੇ, ਤੰਬੂ ਲਗਾਉਂਦੇ ਨੇ, ਪ੍ਰਸ਼ਾਦਾ ਪਾਣੀ ਭੋਜਨ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਨੇ। ਸਾਰੇ ਤੁਰੇ ਹੋਏ ਥੱਕੇ ਵੀ ਹੁੰਦੇ ਨੇ, ਸਾਰੇ ਭੋਜਨ ਪ੍ਰਸ਼ਾਦਾ ਛਕ ਕੇ ਉੱਥੇ, ਫਿਰ ਮਠਾਈਆਂ ਛਕ ਕੇ ਉੱਥੇ ਫਿਰ ਰਾਤ ਪਹਿਲਾ ਪੜਾਵ ਉਹਨਾਂ ਨੇ ਬਿਆਸ ਪਾਰ ਕਰਕੇ ਕੀਤਾ ਸੰਗਤ ਜੀ। ਇਹਦਾ ਮਤਲਬ ਬਿਆਸ ਉਹਨਾਂ ਨੇ ਪਹਿਲਾ ਪੜਾਵ ਕੀਤਾ ਬਰਾਤ ਨੇ। ਰਾਤ ਉੱਥੇ ਰੁਕੇ, ਸਵੇਰ ਹੋਈ ਨਗਾੜੇ ਫੇਰ ਵੱਜਣੇ ਸ਼ੁਰੂ ਹੋ ਗਏ। ਸਾਰੇ ਫਿਰ ਨਵੇਂ ਕੱਪੜੇ ਪਾਏ, ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ, ਸਾਰਿਆਂ ਨੇ ਤਿਆਰ ਹੋਏ, ਨਵੇਂ ਕੱਪੜੇ ਪਾਏ, ਕਿਉਂਕਿ ਬਰਾਤ ਤੇ ਆਏ, ਰੋਜ਼ ਸਾਰਿਆਂ ਨੇ ਨਵੇਂ ਕੱਪੜੇ ਪਾ ਰਹੇ ਨੇ। ਸਾਰੇ ਗਾਣ ਵਾਲੇ ਆਪਣੇ ਕੰਮ 'ਚ ਲੱਗ ਗਏ, ਉਹਨਾਂ ਨੇ ਖੁਸ਼ੀ ਦੇ ਗੀਤ ਗਾਣੇ ਸ਼ੁਰੂ ਕਰਤੇ। ਜਿਹੜੇ ਸਾਜ਼ ਵਜਾਉਣ ਵਾਲੇ ਨਾਲ ਆਏ ਨੇ, ਨਗਾੜੇ ਵਾਲੇ, ਦਮਾਮੇ ਵਾਲੇ, ਨਰਸਿੰਗੇ ਵਾਲੇ, ਉਹਨਾਂ ਨੇ ਆਪਣੇ ਨਗਾੜੇ ਵਜਾਣੇ ਸ਼ੁਰੂ ਕਰਤੇ, ਉਹਨਾਂ ਨੇ ਆਪਣੇ ਸਾਜ਼ ਵਜਾਣੇ ਸ਼ੁਰੂ ਕਰਤੇ। ਹੁਣ ਸਾਰੇ ਤਿਆਰ ਹੋਏ, ਪਾਤਸ਼ਾਹ ਵੀ ਤਿਆਰ ਹੋਏ, ਤੇ ਸੰਗਤ ਜੀ
ਹੁਣ ਉੱਥੋਂ ਦੀ ਬਰਾਤ ਅੱਗੇ ਤੁਰਦੀ ਹੈ। ਪਿੰਡਾਂ ਵਿੱਚੋਂ ਜਾਂਦੀ ਹੋਈ ਬਰਾਤ, ਸੰਗਤ ਜੀ ਜਿਹੜਾ ਵੀ ਬਰਾਤ ਨੂੰ ਦੇਖਦਾ ਹੈ ਉਹਦੇ ਮੁਖ ਤੋਂ ਤੇ ਇਹੀ ਨਿਕਲਦਾ ਹੈ, ਵਾਹ ਕਿਆ ਬਰਾਤ ਹੈ। ਕਿਉਂਕਿ ਉਹ ਪਾਤਸ਼ਾਹ ਦੀ ਬਰਾਤ ਸੀ ਔਰ ਉਸ ਬਰਾਤ ਦੇ ਵਿੱਚ ਕਿੰਨੀਆਂ ਉੱਚੀਆਂ ਰੂਹਾਂ ਜਾ ਰਹੀਆਂ ਸੀ ਸੰਗਤ ਜੀ। ਬੇਸ਼ੱਕ ਪਿਤਾ ਜੀ ਕੌੜਾ ਬੋਲਦੇ ਨੇ, ਪਰ ਸੰਗਤ ਜੀ ਹੈ ਤੇ ਉਹ ਵੀ ਬੰਦਗੀ ਵਾਲੀ ਜਪੀ ਤਪੀ ਰੂਹ। ਪਰਮਾਨੰਦ ਜੀ ਨੇ ਉਹਦੇ ਵਿੱਚ, ਜੈ ਰਾਮ ਜੀ ਨੇ, ਸੰਗਤ ਜੀ ਜਿਨ੍ਹਾਂ ਦਾ ਰਿਸ਼ਤਾ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੈ ਉਹ ਜਪੀ ਤਪੀ ਰਹੇ ਨੇ, ਉਹ ਉੱਚੀਆਂ ਰੂਹਾਂ ਵਾਲੇ ਰਹੇ ਨੇ, ਰੂਹਾਨੀ ਰੂਹਾਂ ਵਾਲੇ ਰਹੇ ਨੇ ਸੰਗਤ ਜੀ। ਜਿਹੜਾ ਵੀ ਪਿੰਡ 'ਚ ਉਹਨਾਂ ਨੂੰ ਦੇਖਦਾ ਹੈ, ਜਿਹੜਾ ਵੀ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ, ਇੰਨਾ ਮੋਹਿਤ ਹੋ ਜਾਂਦਾ ਹੈ ਕਿ ਉਹ ਬਰਾਤ ਦੇ ਨਾਲ ਹੀ ਤੁਰਨਾ ਸ਼ੁਰੂ ਕਰ ਦਿੰਦਾ ਹੈ। ਚਿੱਤ ਹੀ ਨਹੀਂ ਕਰਦਾ ਕਿਸੇ ਦਾ, ਜਿਹੜਾ ਪਿੰਡਾਂ ਦੇ ਵਿੱਚੋਂ ਨਾਲ ਤੁਰਨ ਲੱਗ ਪੈਂਦੇ ਨੇ ਉਹਨਾਂ ਦਾ ਚਿੱਤ ਹੀ ਨਹੀਂ ਕਰਦਾ ਕਿ ਅਸੀਂ ਵਾਪਸ ਆਪਣੇ ਘਰਾਂ ਨੂੰ ਜਾਈਏ। ਕਰਦੇ ਕਰਾਂਦੇ ਇਹ ਬਟਾਲੇ ਵੱਲ ਬਰਾਤ ਜਾ ਰਹੀ ਹੈ ਸੰਗਤ ਜੀ। ਬਟਾਲੇ ਇੱਕ ਹੋਰ ਬਰਾਤ ਗਈ ਸੀ। ਕਿਹਦੀ ਗਈ ਸੀ? ਬਾਬਾ ਗੁਰਦਿੱਤਾ ਜੀ ਦੀ। ਜਦੋਂ ਬਾਬਾ ਗੁਰਦਿੱਤਾ ਜੀ ਦੀ ਬਟਾਲੇ ਬਰਾਤ ਗਈ ਨਾ, ਤੇ ਉਦੋਂ ਉਸ ਬਰਾਤ ਦੇ ਵਿੱਚ ਬਾਬਾ ਬੁੱਢਾ ਜੀ ਵੀ ਸੀ। ਤੇ ਬਾਬਾ ਬੁੱਢਾ ਜੀ ਕਹਿੰਦੇ, ਔਰ ਜਿਹੜੇ ਬਾਬਾ ਗੁਰਦਿੱਤਾ ਜੀ ਸੀ ਨਾ, ਇਹਨਾਂ ਦੀ ਸ਼ਕਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਕਾਫੀ ਮਿਲਦੀ ਸੀ। ਤੇ ਬਾਬਾ ਬੁੱਢਾ ਜੀ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ, ਬਟਾਲੇ ਬਰਾਤ ਗਈ, ਉਸ ਤੇ ਵੇਲੇ ਤੇ ਮੈਂ ਨਹੀਂ ਆਇਆ ਸੀ, ਪਰ ਅੱਜ ਮੈਂ ਧੰਨ ਹੋ ਗਿਆ, ਮੈਂ ਤੁਹਾਡੀ ਬਰਾਤ ਦੇ ਵਿੱਚ ਬਟਾਲੇ ਆਇਆ ਹਾਂ, ਕਿਉਂਕਿ ਮੇਰੇ ਗੁਰੂ ਦੀ ਵੀ ਬਰਾਤ ਬਟਾਲੇ ਆਈ ਸੀ। ਤੇ ਸੰਗਤ ਜੀ ਇਸ ਲਈ ਬਟਾਲੇ ਬਾਬਾ ਗੁਰਦਿੱਤਾ ਜੀ ਦੀ ਵੀ ਬਰਾਤ ਆਈ ਸੀ। ਤੇ ਬਾਬਾ ਬੁੱਢਾ ਜੀ ਕਹਿੰਦੇ ਅੱਜ ਮੈਂ ਧੰਨ ਹੋ ਗਿਆ ਕਿ ਮੈਨੂੰ ਐਦਾਂ ਲੱਗ ਰਿਹਾ ਹੈ ਕਿ ਮੈਂ ਆਪਣੇ ਸੱਚੇ ਪਾਤਸ਼ਾਹ ਦੀ ਬਰਾਤ ਦੇ ਵਿੱਚ ਮੇਰੀ ਹਾਜ਼ਰੀ ਲੱਗ ਗਈ। ਹੁਣ ਸੰਗਤ ਜੀ ਪਿੰਡ ਦੇ ਵਿੱਚੋਂ ਬਰਾਤ ਜਾ ਰਹੀ ਹੈ ਸੰਗਤ ਜੀ। ਜਿਸ ਨੇ ਵੀ ਪਾਤਸ਼ਾਹ ਦੀ ਬਰਾਤ ਦੇ ਵਿੱਚ ਹਾਜ਼ਰੀ ਲਗਾਈ ਸੰਗਤ ਜੀ, ਉਹ ਤੇ ਦਰਗਾਹ ਦੇ ਵਿੱਚ ਉਹਨੂੰ ਤੇ ਦਰਗਾਹ ਦੇ ਵਿੱਚ ਸੱਚਖੰਡ 'ਚ ਜਗ੍ਹਾ ਮਿਲ ਗਈ। ਇਹੀ ਸੋਚ ਕੇ ਕਿ ਇਹਨਾਂ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਰਾਤ ਦੇ ਵਿੱਚ ਇਹਨਾਂ ਨੇ ਹਾਜ਼ਰੀ ਭਰੀ ਹੈ। ਸੰਗਤ ਜੀ ਕਿੰਨੇ ਵਡਭਾਗੀ ਉਹ ਪਿੰਡਾਂ ਵਾਲੇ ਵੀ, ਕਿੰਨੇ ਵਡਭਾਗੀ ਉਹ ਮਲਾਰ ਵੀ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ, ਜਿਨ੍ਹਾਂ ਨੂੰ ਉਹਨਾਂ ਦੇ ਹੱਥੀਂ ਦਾਨ ਪੁੰਨ ਮਿਲਿਆ, ਕਿੰਨੇ ਉਹ ਵਡਭਾਗੀ ਰਹੇ ਨੇ। ਹੁਣ ਸੰਗਤ ਜੀ ਇਸੇ ਤਰ੍ਹਾਂ ਬਰਾਤ ਜਾਂਦੀ ਦੋ ਪੜਾਵ ਰਸਤੇ ਦੇ ਵਿੱਚ ਹੋਰ ਆਏ। ਇੱਕ ਪੜਾਵ ਸੰਗਤ ਜੀ ਹੋਰ ਆਇਆ ਸੀ ਖਡੂਰ ਨਗਰ, ਜਿਹਨੂੰ ਹੁਣ ਅਸੀਂ ਖਡੂਰ ਸਾਹਿਬ ਕਹਿੰਦੇ ਆ। ਜਦੋਂ ਬਿਆਸ ਤੋਂ ਨਿਕਲੇ ਉਸ ਤੋਂ ਬਾਅਦ ਖਡੂਰ ਸਾਹਿਬ ਉਹਨਾਂ ਨੇ ਦੂਸਰਾ ਪੜਾਵ ਲਗਾਇਆ ਸੀ, ਜਿੱਥੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣਾ ਮੁੱਖ ਸਥਾਨ ਰੱਖਿਆ ਸੀ। ਔਰ ਖਡੂਰ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਦੇ ਮੁੱਖ ਸਥਾਨ ਬਣਾਉਣ ਤੋਂ ਪਹਿਲਾਂ ਹੀ ਉੱਥੇ ਆਪਣੇ ਉਹਨਾਂ ਨੇ ਚਰਨ ਪਾ ਦਿੱਤੇ ਸੀ ਸੰਗਤ ਜੀ। ਤੇ ਪਹਿਲਾ ਪੜਾਵ ਬਿਆਸ ਦੇ ਕੰਢੇ, ਦੂਸਰਾ ਖਡੂਰ ਸਾਹਿਬ, ਉਸ ਤੋਂ ਬਾਅਦ ਦੋ ਪੜਾਵ ਹੋਰ ਲਿੱਤੇ ਸੀ। ਜਾਂਦੇ 2 ਰਾਤਾਂ ਹੋਰ ਰਸਤੇ 'ਚ ਰਹੇ ਔਰ ਫਿਰ ਜਿੱਥੇ ਬਰਾਤ ਪਹੁੰਚੀ ਬਟਾਲੇ ਦੇ ਨੇੜੇ। ਜਦੋਂ ਬਟਾਲੇ ਦੇ ਨੇੜੇ ਪਹੁੰਚੀ ਤੇ ਮਹਿਤਾ ਕਾਲੂ ਜੀ ਨੇ ਸਾਰੀ ਬਰਾਤ ਨੂੰ ਨਗਰ ਦੇ ਬਾਹਰ ਹੀ ਰੋਕ ਦਿੱਤਾ। ਜਦੋਂ ਨਗਰ ਦੇ ਬਾਹਰ ਹੀ ਰੋਕ ਦਿੱਤਾ, ਉੱਥੇ ਖੂਬ ਢੋਲ ਧਮਾਕੇ ਹੋ ਰਹੇ ਨੇ, ਖੂਬ ਨਗਾੜੇ ਵੱਜ ਰਹੇ ਨੇ, ਹਾਥੀਆਂ ਦੀਆਂ ਘੰਟੀਆਂ ਵੱਜ ਰਹੀਆਂ ਨੇ, ਘੋੜਿਆਂ ਦੀਆਂ ਝਾਂਜਰਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਗੀਤਾਂ ਦੀਆਂ ਆਵਾਜ਼ਾਂ ਆ ਰਹੀਆਂ। ਸੰਗਤ ਜੀ ਅਗਰ ਅਸੀਂ ਆਪਣੀ ਸੁਰਤੀ ਬਰਾਤ ਵਿੱਚ ਲੈ ਕੇ ਜਾਈਏ ਤੇ ਸ਼ਾਇਦ ਸੰਗਤ ਜੀ ਸਾਨੂੰ ਵੀ ਇਹਦਾ ਫਲ ਪ੍ਰਾਪਤ ਹੋ ਜਾਏ ਕਿ ਪਾਤਸ਼ਾਹ ਦੇ, ਅਗਰ ਅਸੀਂ ਸੁਰਤੀ ਚਰਨਾਂ ਨਾਲ ਜੋੜੀਏ, ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ।
ਉੱਥੇ ਪਰਮਾਨੰਦ ਜੀ ਨੇ ਜੈ ਰਾਮ ਜੀ ਨੂੰ ਬੁਲਾਇਆ ਔਰ ਜੈ ਰਾਮ ਜੀ ਨੂੰ ਕਿਹਾ ਕਿ ਜੈ ਰਾਮ ਜੀ ਇੱਕ ਬੰਦਾ ਭੇਜੋ ਮੂਲਚੰਦ ਜੀ ਦੇ ਕੋਲ ਜੋ ਜਾ ਕੇ ਦੱਸੇ ਕਿ ਬਰਾਤ ਨਗਰ ਦੇ ਬਾਹਰ ਪਹੁੰਚ ਗਈ ਹੈ। ਹੁਣ ਸੰਗਤ ਜੀ ਅਸੀਂ ਹੁਣ ਵੀ ਦੇਖਦੇ ਹਾਂ ਜਦੋਂ ਬਰਾਤ ਆਉਂਦੀ ਹੈ ਤੇ ਜੋ ਪੁੱਤਰੀ ਵਾਲੀ ਸਾਈਡ ਹੁੰਦੀ ਹੈ, ਜੋ ਬੇਟੀ ਵਾਲੀ ਸਾਈਡ ਹੁੰਦੀ ਹੈ, ਉਹ ਵੈਲਕਮ ਕਰਨ ਵਾਸਤੇ, ਉਹ ਸਤਿਕਾਰ ਕਰਨ ਵਾਸਤੇ, ਜੀ ਆਇਆਂ ਜੀ ਕਰਨ ਵਾਸਤੇ ਉਹ ਉੱਥੇ ਖੜੇ ਹੁੰਦੇ ਨੇ। ਤੇ ਪਰਮਾਨੰਦ ਜੀ ਜੈ ਰਾਮ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਕਿਸੇ ਨੂੰ ਭੇਜੋ ਮੂਲਚੰਦ ਜੀ ਦੇ ਕੋਲ ਜੋ ਜਾ ਕੇ ਦੱਸੇ ਕਿ ਬਰਾਤ ਨਗਰ ਦੇ ਬਾਹਰ ਪਹੁੰਚ ਗਈ ਹੈ। ਹੁਣ ਨਿਦਾ ਬ੍ਰਾਹਮਣ ਜੀ, ਇਹੀ ਨਿਦਾ ਬ੍ਰਾਹਮਣ ਪੁਰੋਹਿਤ ਜੀ ਜਿਹੜੇ ਕਿ ਸਾਰੀ ਚਿੱਠੀ ਲੈ ਕੇ ਗਏ ਸੀ ਤਲਵੰਡੀ, ਇਹ ਜਾਂਦੇ ਨੇ ਮੂਲਚੰਦ ਜੀ ਦੇ ਕੋਲ ਜਾਂਦੇ ਨੇ ਔਰ ਜਾ ਕੇ ਕਹਿੰਦੇ ਨੇ ਮੂਲਚੰਦ ਜੀ ਵਧਾਈਆਂ ਹੋਣ ਮੂਲਚੰਦ ਜੀ, ਬਰਾਤ ਨਗਰ ਦੇ ਬਾਹਰ ਪਹੁੰਚ ਗਈ ਹੈ। ਸੰਗਤ ਜੀ ਇਹ ਖਬਰ ਪਾਉਂਦੇ ਹੀ ਮੂਲਚੰਦ ਜੀ ਐਨੇ ਖੁਸ਼ ਹੋ ਜਾਂਦੇ ਨੇ, ਕਹਿੰਦੇ ਨੇ ਮੈਂ ਹੁਣੇ ਹੀ ਆਪਣੇ ਮੁਖੀ ਬੰਦੇ ਲੈ ਕੇ ਜਾਣਾ ਹੈ ਔਰ ਬਰਾਤ ਨੂੰ ਜੀ ਆਇਆਂ ਨੂੰ ਕਰਦਾ ਹੈ, ਮੈਂ ਹੁਣੇ ਜਾਣਾ ਹੈ ਬਰਾਤ ਨੂੰ ਜੀ ਆਇਆਂ ਜੀ ਕਰਨ ਵਾਸਤੇ। ਔਰ ਸੰਗਤ ਜੀ ਫਟਾਫਟ ਜਲਦੀ ਉਹ ਜਾਂਦੇ ਨੇ ਪਿੰਡ ਦੇ ਸਰਪੰਚ ਦੇ ਕੋਲ, ਜਿਨ੍ਹਾਂ ਦਾ ਨਾਮ ਆਇਆ ਹਿੱਤਾ ਸਰਪੰਚ। ਸੰਗਤ ਜੀ ਉਹਨਾਂ ਦੇ ਕੋਲ ਜਾਂਦੇ ਨੇ, ਕਹਿੰਦੇ ਨੇ ਸਰਪੰਚ ਜੀ ਤੁਸੀਂ ਚੌਧਰੀ ਹੋ, ਤੁਸੀਂ ਮੁਖੀ ਹੋ ਨਗਰ ਦੇ, ਤੇ ਬਰਾਤ ਆ ਗਈ ਹੈ, ਨਗਰ ਦੇ ਬਾਹਰ ਬਰਾਤ ਆ ਗਈ ਹੈ, ਤੇ ਤੁਸੀਂ ਮੇਰੇ ਨਾਲ ਚੱਲੋ, ਅਸੀਂ ਬਰਾਤ ਨੂੰ ਜਾ ਕੇ ਜੀ ਆਇਆਂ ਨੂੰ ਕਰੀਏ, ਤੁਸੀਂ ਮੇਰੇ ਨਾਲ ਚੱਲੋਗੇ ਤੇ ਮੇਰੀ ਸ਼ੋਭਾ ਵਧੇਗੀ। ਤੇ ਸਰਪੰਚ ਜੀ ਕਹਿੰਦੇ ਮੂਲਿਆ ਤੈਨੂੰ ਪਤਾ ਹੈ ਕਿ ਮੈਂ ਹੁਣ ਬਜ਼ੁਰਗ ਹੋ ਗਿਆ, ਮੈਂ ਉੱਥੇ ਜਾਵਾਂਗਾ, ਉੱਥੇ ਖੜਾ ਹੋਵਾਂਗਾ ਤੇ ਮੇਰਾ ਸਰੀਰ ਨਾ ਹੁਣ ਇਹ ਸਭ ਖੇਚਲ ਨਹੀਂ ਚੱਲ ਸਕਦਾ, ਤੇ ਤੂੰ ਐਦਾਂ ਕਰ ਦੇਖ, ਤੂੰ ਮੈਨੂੰ ਪ੍ਰਾਣਾ ਤੋਂ ਪਿਆਰਾ ਹੈ ਮੂਲਚੰਦ, ਤੂੰ ਮੈਨੂੰ ਪ੍ਰਾਣ ਤੋਂ ਪਿਆਰਾ ਹੈ, ਤੂੰ ਐਦਾਂ ਕਰ, ਮੇਰਾ ਪੁੱਤਰ ਅਜੀਤਾ ਹੈਗਾ ਹੈ, ਮੇਰੇ ਪੁੱਤਰ ਅਜੀਤੇ ਨੂੰ ਤੂੰ ਆਪਣੇ ਨਾਲ ਲੈ ਜਾ। ਸੰਗਤ ਜੀ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਭਾਈ ਅਜੀਤਾ ਜੀ ਦਾ ਇਹ ਵਰਣਨ, ਉਹਨਾਂ ਦਾ ਨਾਮ ਲਿਖਿਆ ਹੈ। ਤੇ ਭਾਈ ਅਜੀਤਾ ਜੀ ਨੂੰ ਉਹ ਕਹਿੰਦੇ ਆ ਉਹਨਾਂ ਦਾ ਪੁੱਤਰ ਹੁੰਦਾ ਅਜੀਤਾ, ਕਹਿੰਦੇ ਨੇ ਕਿ ਤੁਸੀਂ ਮੂਲਚੰਦ ਜੀ ਦੇ ਨਾਲ ਜਾਓ ਔਰ ਤੁਸੀਂ ਬਰਾਤ ਨੂੰ ਲੈ ਕੇ ਆਓ। ਔਰ ਮੂਲਚੰਦ ਜੀ ਕਹਿੰਦੇ ਨੇ ਅਜੀਤਾ ਜੀ ਨੂੰ, ਕਹਿੰਦੇ ਨੇ ਅਜੀਤਾ ਜੀ ਹੁਣ ਸਾਡੀ ਲਾਜ ਤੁਹਾਡੇ ਹੱਥ 'ਚ ਹੈ, ਤੁਸੀਂ ਮੇਰੇ ਨਾਲ ਚੱਲੋ, ਮੈਂ ਦੇਖੋ ਮੈਂ ਤੁਹਾਡਾ ਪਟਵਾਰੀ ਹਾਂ ਤੇ ਤੁਹਾਡਾ ਮੇਰੇ ਨਾਲ ਜਾਣਾ ਬਣਦਾ ਵੀ ਹੈ, ਤੁਸੀਂ ਮੇਰੇ ਨਾਲ ਚੱਲੋਗੇ ਤੇ ਮੇਰੀ ਸ਼ੋਭਾ ਵਧੇਗੀ। ਔਰ ਮੈਨੂੰ ਤੇ ਲੋਕੀ ਆ ਕੇ ਦੱਸਦੇ ਪਏ ਨੇ ਕਿ 2 ਨਗਰਾਂ ਦੀ ਬਰਾਤ ਆਈ ਹੈ, ਬਰਾਤ ਬਹੁਤ ਵੱਡੀ ਹੈ, ਔਰ ਬਰਾਤ ਇੰਨੀ ਸੁੰਦਰ ਬਰਾਤ ਆਈ ਹੈ ਕਿ ਦੇਵੀ ਦੇਵਤੇ ਵੀ ਵੇਖ ਕੇ ਉਹ ਸ਼ਰਮਾ ਜਾਂਦੇ ਨੇ, ਇੰਨੀ ਸੁੰਦਰ ਬਰਾਤ ਆਈ ਹੈ। ਔਰ ਸਾਰੇ ਮੈਨੂੰ ਆ ਕੇ ਕਹਿੰਦੇ ਮੂਲੇ ਜੋ ਤੇਰੀ ਬੱਚੀ ਦੀ ਬਰਾਤ ਆਈ ਹੈ ਨਾ, ਇਹ ਤੇ ਬਰਾਤ ਹੀ ਬੜੀ ਵੱਖਰੀ ਹੈ। ਸੰਗਤ ਜੀ ਵੱਖਰੀ ਤੇ ਹੋਣੀ ਹੈ ਕਿਉਂਕਿ ਉਹਦੇ 'ਚ ਰੂਹਾਨੀਆਂ ਰੂਹਾਂ ਨੇ, ਉਹਦੇ 'ਚ ਆਪ ਨਿਰੰਕਾਰ ਨੇ, ਤੇ ਇਹ ਤੇ ਵੱਖਰੀ ਹੋਣੀ ਹੈ ਬਰਾਤ। ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਉਹਨਾਂ ਦੀ ਜੈ ਜੈਕਾਰ ਬੜੀ ਹੋ ਰਹੀ ਹੈ, ਉਹਨਾਂ ਦੀ ਬਹੁਤ ਜੈ ਜੈਕਾਰ ਹੋ ਰਹੀ ਹੈ, ਕਿਉਂਕਿ ਸੰਗਤ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਿਫਤੀ ਇਹ ਚਾਰੋਂ ਪਾਸੇ ਫੈਲ ਗਈ ਸੀ, ਉਹਨਾਂ ਦੀ ਕੀਰਤੀ ਚਾਰੋਂ ਪਾਸੇ ਫੈਲ ਗਈ ਸੀ। ਕਹਿੰਦੇ ਨੇ ਤੇ ਤੁਸੀਂ ਮੇਰੇ ਨਾਲ ਚੱਲੋ ਤੇ ਬਰਾਤ ਨੂੰ ਅਸੀਂ ਲੈ ਕੇ ਆਈਏ। ਔਰ ਜਾਣ ਤੋਂ ਪਹਿਲਾਂ ਸੰਗਤ ਜੀ ਜੋ ਸਰਪੰਚ ਹੁੰਦੇ ਨੇ ਹਿੱਤਾ, ਇਹ ਮੂਲਚੰਦ ਜੀ ਨੂੰ ਸਮਝਾਉਂਦੇ ਨੇ, ਕਹਿੰਦੇ ਮੂਲਚੰਦ ਮੈਨੂੰ ਪਤਾ ਹੈ ਤੇਰਾ ਸੁਭਾਅ ਥੋੜਾ ਕੌੜਾ ਹੈ, ਮੇਰੀ ਗੱਲ ਤੂੰ ਧਿਆਨ ਨਾਲ ਸੁਣ, ਤੂੰ ਵਿੱਚ ਕੌੜੇ ਬੋਲ ਦਿੰਨਾ, ਮੈਨੂੰ ਪਤਾ ਹੈ ਤੇਰਾ ਸੁਭਾਅ ਥੋੜਾ ਕੌੜਾ ਹੈ। ਹੁਣ ਦੇਖ ਬਰਾਤ ਆਈ ਹੈ, ਬਰਾਤ ਦੇ ਵਿੱਚ ਬੜੇ ਸਨਮਾਨ ਵਾਲੇ ਆਏ ਨੇ, ਇੱਕ ਪਾਸੇ ਮਹਿਤਾ ਕਾਲੂ ਨੇ ਜੋ ਕਿ ਕਈ ਪਿੰਡਾਂ ਦੇ ਸਰਪੰਚ ਨੇ,
ਕਈ ਪਿੰਡਾਂ ਦੇ ਪਟਵਾਰੀ ਨੇ, ਔਰ ਪਰਮਾਨੰਦ ਜੀ ਨੇ ਬੜੇ ਸਤਿਕਾਰਯੋਗ ਨੇ, ਉਹਨਾਂ ਦਾ ਵੀ ਸੁਲਤਾਨਪੁਰ 'ਚ ਬੜਾ ਨਾਮ ਹੈ, ਬੜੀ ਪ੍ਰਸਿੱਧੀ ਹੈ ਉਹਨਾਂ ਦੀ ਵੀ। ਤੇ ਤੂੰ ਕੋਈ ਇਹੋ ਜਿਹਾ ਕੌੜਾ ਬੋਲ ਨਾ ਬੋਲ ਦੇਈਂ ਕਿ ਜਿਸ ਕਰਕੇ ਤੇਰੀ ਵਿਗੜ ਜਾਏ, ਤੇਰਾ ਕੀਤਾ ਕਰਾਇਆ ਖਰਾਬ ਹੋ ਜਾਏ। ਤੇ ਤੂੰ ਐਦਾਂ ਕਰੀ, ਕੋਈ ਵੀ ਕੁਝ ਕਵੇ ਤੇ ਤੂੰ ਸਹਾਰ ਲਵੀਂ। ਔਰ ਮੈਂ ਸੁਣਿਆ ਹੈ ਜੋ ਲਾੜੇ ਦਾ ਬਾਪੂ ਹੈ ਨਾ, ਪਟਵਾਰੀ ਮਹਿਤਾ ਕਾਲੂ, ਉਹ ਵੀ ਕੌੜਾ ਬੋਲਦਾ ਹੈ। ਸੰਗਤ ਜੀ ਦੇਖੋ ਸੁਭਾਅ ਕਿੰਨੀ ਦੂਰ ਦੂਰ ਤੱਕ ਚਲਾ ਜਾਂਦਾ ਹੈ। ਔਰ ਇਸ ਸਾਖੀ ਤੋਂ ਸਾਨੂੰ ਸਿੱਖਿਆ ਵੀ ਮਿਲਦੀ ਹੈ ਕਿ ਅਸੀਂ ਮਿੱਠਾ ਬੋਲੀਏ, ਅਸੀਂ ਕੌੜੇ ਬੋਲ ਨਾ ਬੋਲੀਏ। ਕਿਉਂਕਿ ਬੰਦੇ ਦਾ ਸੁਭਾਅ ਕਿੰਨੀ ਦੂਰ ਦੂਰ ਤੱਕ ਜਾਂਦਾ ਹੈ। ਔਰ ਸਰਪੰਚ ਸਮਝਾ ਰਹੇ ਨੇ ਮੂਲ ਚੰਦ ਜੀ ਨੂੰ, ਕਹਿੰਦੇ ਨੇ ਇਹ ਨਾ ਹੋਏ ਤੂੰ ਕੁਝ ਕੌੜਾ ਬੋਲ ਦੇ, ਅੱਗੋਂ ਜਿਹੜਾ ਲਾੜੇ ਦਾ ਬਾਪੂ ਹੈ ਮੈਂ ਸੁਣਿਆ ਉਹ ਵੀ ਬੜਾ ਕੌੜਾ ਬੋਲਦਾ ਹੈ। ਤੂੰ ਕੌੜਾ ਬੋਲੇਗਾ, ਅੱਗੋਂ ਉਹਨਾਂ ਨੇ ਕੌੜਾ ਕੁਝ ਬੋਲਿਆ ਤੇ ਉੱਥੇ ਤੇ ਫਿਰ ਸਾਰਾ ਕੰਮ ਤੱਤਾ ਹੋ ਜਾਣਾ। ਤੇ ਤੂੰ ਕੋਈ ਇਹੋ ਜਿਹਾ ਕੰਮ ਨਾ ਕਰ ਦੇਈਂ ਕਿ ਗੱਲ ਕੁਝ ਵਿਗੜ ਜਾਏ। ਜੇ ਉਹ ਕੋਈ ਕੁਝ ਕਹਿਣ ਤੇ ਤੂੰ ਸਹਾਰ ਲਈ। ਦੇਖ ਬਰਾਤ ਦੀ ਬੜੀ ਸ਼ੋਭਾ ਹੈ, ਬੜਾ ਜਸ ਹੈ, ਸਭ ਬਰਾਤ ਦੀਆਂ ਬੜੀਆਂ ਗੱਲਾਂ ਕਰ ਰਹੇ ਨੇ, ਤੇ ਤੂੰ ਵੀ ਕੋਈ ਘਾਟਾ ਨਾ ਕਰੀ, ਤੂੰ ਵੀ ਕੋਈ ਘਾਟ ਨਾ ਛੱਡੀ, ਤੂੰ ਵੀ ਜਾਈ ਔਰ ਖੁੱਲੀ ਮਾਇਆ ਖਰਚੀ ਔਰ ਪ੍ਰੇਮ ਦੇ ਨਾਲ ਉਹਨਾਂ ਦੀ ਸੇਵਾ ਆਵ ਭਗਤ ਕਰੀ। ਤੇ ਇਹ ਗੱਲਾਂ ਸਾਰੀਆਂ ਯਾਦ ਰੱਖੀ, ਕੰਜੂਸੀ ਨਾ ਕਰੀ, ਜੋ ਚੀਜ਼ ਦੀ ਤੈਨੂੰ ਲੋੜ ਹੈ ਤੂੰ ਇੱਥੋਂ ਲੈ ਜਾ। ਸੰਗਤ ਜੀ ਕਹਿੰਦੇ ਸੱਤ ਬਚਨ ਕਹਿ ਕੇ ਅਜਿੱਤੇ ਨੂੰ ਨਾਲ ਲੈ ਕੇ ਔਰ ਉਹਨਾਂ ਨੂੰ ਵਾਅਦਾ ਕਰਕੇ ਕਿ ਮੈਂ ਕੌੜਾ ਨਹੀਂ ਬੋਲਾਂਗਾ। ਘਰ ਜਾਂਦੇ ਨੇ, ਹੋਰ ਥੋੜੇ ਮੁਖੀ ਬੰਦੇ ਨਾਲ ਲੈਂਦੇ ਨੇ, ਔਰ ਪਾਤਸ਼ਾਹ ਦੀ ਬਰਾਤ ਦੇ ਵਿੱਚ ਚਾਰੋਂ ਵਰਣ ਦੇ ਲੋਕ ਆਏ ਨੇ ਸੰਗਤ ਜੀ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਸਾਰੇ ਚਾਰੋਂ ਵਰਣ ਦੇ ਲੋਕ ਆਏ ਨੇ। ਇਸ ਲਈ ਮੂਲ ਚੰਦ ਜੀ ਘਰ ਆ ਕੇ ਲਾਗ ਕਿਨੂੰ ਕੀ ਦੇਣਾ ਹੈ, ਕਿਨੂੰ ਬਸਤਰ ਦੇਣੇ ਨੇ, ਕਿਨੂੰ ਪੱਗ ਦੇਣੀ ਹੈ, ਕਿਨੂੰ ਤੌਲੀਆ ਦੇਣਾ ਹੈ, ਕਿਨੂੰ ਮਾਇਆ ਦੇਣੀ ਹੈ, ਘਰ ਆ ਕੇ ਸਾਰਾ ਸ਼ਗਨ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਨੇ ਔਰ ਮੁਖੀ ਬੰਦੇ ਲੈ ਕੇ ਨਗਰ ਦੇ ਉੱਤੇ ਪਹੁੰਚਦੇ ਨੇ ਜਿੱਥੇ ਬਰਾਤ ਆ ਕੇ ਰੁਕੀ ਹੈ। ਜਾ ਕੇ ਵੇਖਦੇ ਨੇ ਕਿ ਉੱਥੇ ਬਹੁਤ ਢੋਲ ਟਮੱਕਾ ਹੋ ਰਿਹਾ ਹੈ, ਉੱਚੀ ਉੱਚੀ ਨਗਾੜੇ ਵੱਜ ਰਹੇ ਨੇ, ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ, ਹਾਸੇ ਪੈ ਰਹੇ ਨੇ, ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ। ਤੇ ਸੰਗਤ ਜੀ ਉੱਥੇ ਫੇਰ ਹੋਣੀ ਹੈ ਹੁਣ ਮਿਲਣੀ। ਸੰਗਤ ਜੀ ਇਹੋ ਅੱਜ ਵੀ ਇਹੀ ਰਿਵਾਜ ਹੈ ਕਿ ਜਦੋਂ ਉੱਥੇ ਪਿਤਾ ਦੇ ਨਾਲ ਮਿਲਣੀ ਹੁੰਦੀ ਹੈ। ਹੁਣ ਉੱਥੇ ਜਾ ਕੇ ਦੋਨਾਂ ਬਾਪੂਆਂ ਦੀ, ਜੋ ਕਿ ਦੋਨੋਂ ਬਾਪੂ ਕੌੜਾ ਬੋਲਦੇ ਨੇ, ਪਰ ਸੰਗਤ ਜੀ ਭਾਗ ਦੋਨਾਂ ਦੇ ਕਿੰਨੇ ਵੱਡੇ ਨੇ। ਇੱਕ ਪਾਸੇ ਜਗਤ ਗੁਰੂ ਦੇ ਪਿਤਾ ਨੇ, ਪਿਤਾ ਮਹਿਤਾ ਕਾਲੂ ਜੀ, ਔਰ ਦੂਜੇ ਪਾਸੇ ਜਗਤ ਗੁਰੂ ਦੇ ਸਹੁਰਾ ਸਾਹਿਬ ਨੇ ਮੂਲ ਚੰਦ ਜੀ। ਮਿਲਣੀ ਹੁੰਦੀ ਹੈ ਸੰਗਤ ਜੀ, ਮਿਲਣੀ ਹੁੰਦੀ ਹੈ। ਸਭ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ, ਮਠਾਈਆਂ ਇੱਕ ਦੂਜੇ ਨੂੰ ਖਵਾਉਂਦੇ ਨੇ। ਸਭ ਕੁੱਲ ਦੀਆਂ ਜੋ ਵੀ ਰੀਤਾਂ ਬਣੀਆਂ ਹੁੰਦੀਆਂ ਨੇ ਉਹ ਰੀਤਾਂ ਪੂਰੀਆਂ ਕਰਦੇ ਨੇ। ਬੜੇ ਪ੍ਰੇਮ ਦੇ ਨਾਲ ਇੱਕ ਦੂਜੇ ਨੂੰ ਮਿਲਦੇ ਨੇ, ਕੋਈ ਕਿਸੇ ਨੂੰ ਰੋਸ ਨਹੀਂ ਹੁੰਦਾ। ਹੁਣ ਸੰਗਤ ਜੀ ਅੱਜ ਮੂਲ ਚੰਦ ਜੀ ਨੇ ਆਪਣੇ ਜਵਾਈ ਦੇ ਪਹਿਲੀ ਵਾਰ ਦਰਸ਼ਨ ਕਰਨੇ ਨੇ। ਅੱਜ ਮੂਲ ਚੰਦ ਜੀ ਨੇ ਪਹਿਲੀ ਵਾਰ ਨਿਰੰਕਾਰ ਪਰਮਾਤਮਾ ਪਰਮੇਸ਼ਵਰ ਧੰਨ ਧੰਨ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਅੱਜ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਹਿਲੀ ਵਾਰ ਦਰਸ਼ਨ ਕਰਨੇ ਨੇ। ਅੱਗੇ ਹੋ ਕੇ ਆਪਣੇ ਜਵਾਈ ਭਾਈ ਦੇ ਦਰਸ਼ਨ ਕਰਦੇ ਨੇ। ਜਿਸ ਤਰ੍ਹਾਂ ਹੀ ਸੰਗਤ ਜੀ ਦਰਸ਼ਨ ਕਰਦੇ ਨੇ ਧੰਨ ਧੰਨ ਹੋ ਜਾਂਦੇ ਨੇ, ਇੰਨੇ ਪ੍ਰਸੰਨ ਹੁੰਦੇ ਨੇ ਪਾਤਸ਼ਾਹ ਦਾ ਸਰੂਪ ਦੇਖ ਕੇ। ਕਹਿੰਦੇ ਨੇ ਇੰਨਾ ਸੋਹਣਾ ਮੇਰਾ ਜਵਾਈ ਭਾਈ,
मेरा जवाई भाई ते गुणा दी खान है, क्योंकि उन्हां दी सिफत उन्हां ने बड़ी सुनी हुंदी है, उन्हां दा जस बड़ा सोहना हुंदा है, उन्हां दी प्रसिद्धि बड़ी सुनी हुंदी है कि ये बहुत भला, बहुत ही दयावान मोदी है, बहुत ही दान पुण्य वाला मोदी है। सारे बड़े खुश हुंदे ने। पिता जी मूल चंद जी उन्हां नूं मिल के धन धन हो जाते ने, दर्शन करके निहाल हो जाते ने। हुण बरात नूं सारे लैके आंदे ने संगत जी। जदों सारे आंदे ने, मेल मिलाप हुंदी है, ते मूलचंद जी दे घर आके मूलचंद जी उन्हां नूं लैके आंदे ने, लैके आंदे ने। क्योंकि संगत जी जिथे अज कंध साहब गुरुद्वारा है, इस तो थोड़ा जा अगे जाके माता सुलखणी जी का घर है, ते नगर दे बाहर बरात है ही है। हुण बरात पड़ाव तक ते जानी है, अगे अगे मूलचंद जी बरात नूं लैके जा रहे ने, पिछे पिछे। हुण ते संगत जी गलियां बड़ियां भीड़ियां हो गईयां ने, पहलां ते कच्चे रस्ते सी और खुला सी मैदान, नाल नाल हाथी घोड़े रथ सब आवाज़ां करदे, नगाड़े वजदे जा रहे ने, पड़ाव वाली थां ते जा रहे ने। जिथे जिथों दी घोड़े लंघदे ने, उत्थे ही घोड़ियां दी पैरां दी छाप छपी जा रही है। जांदे जांदे मुरलियां मृदंग ढोल टल्लियां घुंघरू वजदे, गीत गांदे सब पड़ाव वाली जगह ते जा रहे ने। हुण पड़ाव वाली जगह ते जाके अगे इस्त्रियां खड़ियां ने, बरात नूं सत्कार सम्मान आओ जी आया नूं करन वास्ते। खुशी दे गीत गा रही ने इस्त्रियां, मिठे मिठे खुशी दे गीत गा रही ने। सारे पातशाह दे दर्शन करके खुश हो रहे ने कि धन ने सुलखणी जी, जिन्हां नूं इन्ना सुंदर पति दे रूप च परमेश्वर, माता जी दे भी इन्ने वड्डे भाग, जो कि माता सुलखणी जी दे इन्ने वड्डे भाग क्यों? क्योंकि पति दे रूप च आप परमेश्वर प्रतख पति दे रूप च उन्हां नूं मिल रहे ने। ते संगत जी हाली बरात दा अगे की आव भगत होनी है, किस तरह अगों दी होर जाना है, ये असी आने वाले समय ते करांगे, अगले शनिवार करांगे। समय हो गया है, आओ हुण असी मिल के शब्द पढ़ते हैं। संगत जी बहुत बहुत बेअंत भुल्लां हो जांदियां ने, संगत बख्शण जोग है, संगत माफ़ कर दे। ते आओ संगत जी हुण मिल के असी शब्द पढ़ते हैं। आवाज आ रही है ना? हाँ जी आ रही है जी, ठीक है। मेरे गृह आए राजा राम पतारा, मेरे गृह आए राजा राम पतारा। गाओ गाओ रे, गाओ गाओ रे, दुल्हन मंगल
कह कबीर मोहे ब्याहे चले हैं एक पुरख भगवाना, एक पुरख एक भगवाना, कह कबीर मोहे ब्याहे चले हैं पुरख एक भगवाना, पुरख एक भगवाना। मेरे ग्रह आए राजा राम पतारा, मेरे ग्रह आए राजा राम पतारा, गाओ गाओ रे गाओ गाओ रे, दुल्हन मंगल चारा, दुल्हन मंगल चारा, गाओ गाओ रे गाओ गाओ रे, दुल्हन मंगल चारा, दुल्हन मंगल चारा, दुल्हन मंगल चारा, दुल्हन मंगल चारा। वाहिगुरु वाहिगुरु जी का खालसा वाहिगुरु जी की फतेह। संगत जी, ਗਲਤੀਆਂ ਨਾ ਚਿਤਾਰਨਾ, ਅਨੇਕ 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 ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ, ਬੇਅੰਤ ਬੇਅੰਤ ਗਲਤੀਆਂ ਹੋ ਜਾਂਦੀਆਂ। ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ